पुत्र बार के कलगियां ओ पंथ दिया सुखा मंगदा पुत्र बार के कलगियां वाला पंथ दिया सुखा मंगदा भी पुत्र बार के कलगियां वाला पंथ दिया सुखा मंगदा पुत्र बार के कलगियां वाला पंथ दिया सुखा मंगदा बार के कलगियां वाला पंथ दिया सुखा मंगदा पुत्र बार के कलगियां वाला पंथ दिया सुखा मंगदा हाँ पंथ दिया जी सुखा मंगदा ओ पंथ दिया जी सुखा मंगदा 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 जी पुत्र बार के कलगियां वाला पंथ दिया सुखा मंगदा पुत्र बार के कलगियां वाला पंथ दिया सुखा मंगदा पुत्र बार के कलगियां वाला पंथ दिया सुखा मंगदा पुत्र बार के कलगियां वाला पंथ दिया सुखा मंगदा बार के कलगियां वाला पंथ दिया सुखा मंगदा पुत्र बार के कलगियां वाला पंथ दिया सुखा मंगदा आसरो मनसूर गुरु गोबिंद सिंह एज दी मंजूर गुरु गोबिंद सिंह हक हक आगाह गुरु गोबिंद सिंह बादशाह दरवेश गुरु गोबिंद सिंह धन कलगीधर पातशाह महाराज दो जहान वाली पुत्रां दे दानी जिन्हां ने अपना सारा सरबंस इस कौम दे उत्तों दी वार दिता उस कलगियां वाले दा अंमृत वेले शुक्र करन अदा करन वास्ते धन कलगीधर पातशाह महाराज जी ने आज़ादी लैके दी सानू आज़ादी क्योंकि भाई गुरदास जी कहते जब जब होए धर्म गलानी तब धरे आए अवतार महानी ਜਦੋਂ ਜਦੋਂ ਲੋਕ ਧਰਮ ਤੋਂ ਗਲਾਨੀ ਕਰਨ ਲੱਗ ਜਾਣ ਭਾਵ ਧਰਮ ਤੋਂ ਨਫ਼ਰਤ ਕਰਨ ਲੱਗ ਜਾਣ ਧਰਮ ਤੋਂ ਦੂਰ ਚਲੇ ਜਾਣ ਫਿਰ ਉਦੋਂ ਉਹਨਾਂ ਨੂੰ ਸਮਝਾਉਣ ਵਾਸਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਮਾਤਮਾ ਨੂੰ ਇਸ ਧਰਤੀ ਦੇ ਉੱਤੇ ਆਉਣਾ ਪੈਂਦਾ ਹੈ। ਜੇ ਥੋੜੀ ਬਿਮਾਰੀ ਹੈ ਮਨੁੱਖ ਨੂੰ ਇੱਕ ਆਮ ਸਰੀਰ ਨੂੰ ਲਾ ਲਓ ਜੇ ਥੋੜੀ ਬਿਮਾਰੀ ਹੈ फिर आपां कह देंगे इत्थे साडे गवांढ विच नेड़े एक डॉक्टर है उहदा नाम गोगी है, वो तो दवाई लै लैंदे उहदे नाल ठीक हो जाता है। जे बहुती बीमारी है फिर कहांगे बाजार दे विच चले जाने उत्थों लै लांगे दवाई।
ਜੇ ਉਦੋਂ ਬਹੁਤੀ ਬਿਮਾਰੀ ਹੈ ਫਿਰ ਕਹਾਂਗੇ ਵੀ ਚਲੋ ਬਰਨਾਲੇ ਵਾਲੇ ਡਾਕਟਰ ਦੇ ਚਲੇ ਜਾਂਦੇ, ਉੱਥੋਂ ਦਵਾਈ ਲੈ ਲਾਂਗੇ। ਮਹਾਰਾਜ ਜੀ ਕਹਿੰਦੇ ਜਿਵੇਂ ਜਿਵੇਂ ਬਿਮਾਰੀ ਵੱਧਦੀ ਗਈ ਤਿਵੇਂ ਤਿਵੇਂ ਪ੍ਰਮਾਤਮਾ ਨੂੰ ਆਪਣੇ ਰੂਪ ਧਾਰਨ ਕਰਨੇ ਪਏ। 23 ਅਵਤਾਰ ਆਏ ਭਗਵਾਨ ਜੀ ਦੇ। ਉਧਰੋਂ ਜਦੋਂ ਸਤਯੁਗ ਦੇ ਵਿੱਚ ਹਰਨਾਕਸ਼ ਨੇ ਆ ਕੇ ਆਪਣੇ ਪੁੱਤਰ ਨੂੰ ਦੁੱਖ ਦਿੱਤਾ, ਉਹਨੇ ਕਿਹਾ ਕਹਿ ਜਲੇ ਹਰਨਾਕਸ਼ ਥਲੇ ਹਰਨਾਕਸ਼। ਉਹ ਕਹਿੰਦਾ ਨਹੀਂ। ਉਸ ਪ੍ਰਹਿਲਾਦ ਨੇ ਪੁੱਛਿਆ ਇਉਂ ਦੱਸ ਪ੍ਰਮਾਤਮਾ ਇੱਕ ਹੈ ਜਾਂ ਦੋ ਹੈ? ਉਹ ਕਹਿੰਦਾ ਪ੍ਰਮਾਤਮਾ ਤਾਂ ਇਹ ਇੱਕੋ ਹੀ ਹੈ। ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ। ਕਹਿੰਦੇ ਜਿਹੜਾ ਜਲਾਂ ਦੇ ਵਿੱਚ ਥਲਾਂ ਦੇ ਵਿੱਚ ਹੈ ਉਹ ਇੱਕ ਹੈ। ਫਿਰ ਉਹ ਪ੍ਰਹਿਲਾਦ ਨੇ ਕਿਹਾ ਜਦੋਂ ਪ੍ਰਮਾਤਮਾ ਇੱਕ ਹੈ ਤੇ ਤੂੰ ਤਾਂ ਫਿਰ ਮੇਰਾ ਪਿਤਾ ਜਿਹੜਾ ਉਹ ਪ੍ਰਮਾਤਮਾ ਨਹੀਂ ਹੋ ਸਕਦਾ, ਪ੍ਰਮਾਤਮਾ ਦਾ ਕੋਈ ਹੋਰ ਹੈ। ਮੈਂ ਤਾਂ ਉਹਨੂੰ ਸਿਮਰੂ ਜੋ ਜਲ ਥਲ ਰਹਿਆ ਸਮਾਏ, ਜਿਹੜਾ ਹਰ ਇੱਕ ਥਾਂ ਦੇ ਉੱਤੇ ਜਰਰੇ ਜਰਰੇ ਵਿੱਚ ਵਸਦਾ, ਮੈਂ ਤਾਂ ਉਹਨੂੰ ਸਿਮਰੂੰਗਾ। ਬਿਮਾਰੀ ਥੋੜੀ ਸੀ, ਦੁੱਖ ਥੋੜਾ ਸੀ। ਫਿਰ ਪ੍ਰਮਾਤਮਾ ਨੇ ਇਹੋ ਜਿਹਾ ਨਰ ਸਿੰਘ ਦਾ ਰੂਪ ਧਾਰਨ ਕਰਿਆ। 24 ਅਵਤਾਰਾਂ ਦੇ ਵਿੱਚ ਉਹਦੀ ਵੀ ਕਥਾ ਆਉਂਦੀ ਹੈ ਨਰ ਸਿੰਘ ਦੀ। ਕਹਿੰਦੇ ਆ ਕੇ ਜਦੋਂ ਉਹਨੇ ਹਰਨਾਕਸ਼ ਨੇ ਜੁਰਮ ਵਧਾ ਦਿੱਤਾ, ਉਹਦੇ ਸ਼ਹਿਰ ਦੇ ਵਿੱਚ ਨਹੀਂ ਆ ਕੇ ਪ੍ਰਮਾਤਮਾ ਕਿਸੇ ਨੂੰ ਮਿਲੇ, ਉਹਦੀ ਪ੍ਰਜਾ ਨੂੰ ਨਹੀਂ ਮਿਲੇ, ਉਹਦੀ ਸੈਨਾ ਨੂੰ ਨਹੀਂ ਮਿਲੇ, ਉਹਦੇ ਯੋਧਿਆਂ ਨੂੰ ਨਹੀਂ ਮਿਲੇ। ਕੇਵਲ ਪ੍ਰਮਾਤਮਾ ਨੇ ਦੇਖਿਆ ਦੁੱਖ ਥੋੜਾ ਹੀ ਹੈ, ਕੰਮ ਥੋੜਾ ਹੀ ਹੈ, ਬਹੁਤਾ ਨਹੀਂ ਹੈ, ਥੋੜੀ ਦਵਾਈ ਨਾਲ ਠੀਕ ਆਜੂ। ਪਰਮਾਤਮਾ ਆਏ ਨਰ ਸਿੰਘ ਦਾ ਰੂਪ ਧਾਰਨ ਕਰਕੇ, ਕੱਲੇ ਹਰਨਾਕਸ਼ ਦਾ ਭਲਾ ਕਰਕੇ ਬਸ ਵਾਪਸ ਮੁੜ ਗਏ। ਕੀ ਕਹਿੰਦੇ ਗੁਰਬਾਣੀ ਵਿੱਚ ਮਹਾਰਾਜ ਜੀ? ਥੰਮ ਅਪਾੜ ਹਰ ਨਿਕਸਿਓ ਨਰ ਸਿੰਘ ਰੂਪ ਅਨੂਪ ਅਪਾਰਾ। ਕਹਿੰਦੇ ਉਸ ਥੰਮ ਦੇ ਵਿੱਚੋਂ ਜਦੋਂ ਬਾਹਲਾ ਦੁੱਖ ਦਿੱਤਾ ਆਪਣੇ ਭਗਤ ਨੂੰ, ਤੇ ਉਸੇ ਵਕਤ ਪਰਮਾਤਮਾ ਕਹਿੰਦੇ ਉਹ ਥੰਮ ਦੇ ਵਿੱਚੋਂ ਥੰਮ ਪਾਟ ਗਿਆ, ਇੰਨਾ ਖੜਕਾ ਹੋਇਆ, ਉਹਦੇ ਵਿੱਚੋਂ ਇਹੋ ਜਿਹਾ ਰੂਪ ਧਾਰਨ ਕਰਿਆ, ਅੱਧਾ ਸ਼ੇਰ ਦਾ ਅੱਧਾ ਬੰਦੇ ਦਾ ਚੱਕ ਲਿਆ ਪਰਮਾਤਮਾ ਨੇ। ਉਸ ਨਰ ਸਿੰਘ ਨੂੰ ਚੱਕ ਕੇ ਹੱਥਾਂ ਤੇ ਆਏ ਗਰਜਦੇ ਨੇ, ਆਵਾਜ਼ ਐਸੀ ਗਰਜਮੀ ਹੈ, ਤੇ ਸਾਰੇ ਵੇਖ ਕੇ ਡਰ ਗਏ। ਹਰਨਾਕਸ਼ ਹੱਸਣ ਲੱਗ ਗਿਆ, ਜਾ ਕੇ ਦੇੜੀਆਂ ਦੇ ਵਿਚਾਲੇ ਰੱਖ ਲਿਆ। ਜਦੋਂ ਉੱਚੀ ਉੱਚੀ ਹੱਸਦਾ ਪ੍ਰਮਾਤਮਾ ਕਹਿੰਦੇ ਤੇਰਾ ਅੰਤ ਸਮਾਂ ਹੈ? ਕਹਿੰਦਾ ਮੈਨੂੰ ਪਤਾ ਹੈ। ਹਰਨਾਕਸ਼ ਕਹਿੰਦਾ ਪਤਾ ਹੈ। ਤੂੰ ਹੱਸਦਾ ਕਿਉਂ ਹੈ? ਹੱਸਦਾ ਮੈਂ ਇਸ ਕਰਕੇ ਆ, ਮੈਂ ਪਾਪ ਪੱਧਰ ਬੜੇ ਕਰੇ, ਬਹੁਤੇ ਪਾਪ ਕਰੇ, ਮੈਂ ਤੇਰੇ ਭਗਤ ਨੂੰ ਦੁੱਖ ਦਿੱਤਾ, ਪਰ ਇੰਨੇ ਦੁੱਖ ਦੇਣ ਦੇ ਬਾਵਜੂਦ ਵਕਤੇ ਅਖੀਰ ਮੈਂ ਪਰਮਾਤਮਾ ਦੇ ਹੱਥ ਦੇ ਵਿੱਚ ਹਾਂ। ਹੱਸਦਾ ਮੈਂ ਇਸ ਕਰਕੇ, ਅੱਜ ਰੱਬ ਦੇ ਹੱਥੋਂ ਮੇਰੀ ਮੌਤ ਹੋ ਰਹੀ ਹੈ। ਕਰਦੀ ਮੌਤ? ਹਰਨਾਕਸ਼ ਕਹਿੰਦਾ ਮਾਰਦੀ ਮੈਂ ਡਰਦਾ ਨਹੀਂ ਹੁਣ ਮਰਨ ਤੋਂ, ਪਰ ਗੱਲ ਹੈ ਮੇਰੇ 8 ਵਾਰ ਪੂਰੇ ਕਰ ਦੇ। ਕਹਿੰਦਾ 8 ਵਾਰ ਪੂਰੇ ਕਰ ਲਾ। ਪਹਿਲਾ ਕਿਹੜਾ ਹੈ? ਨਾ ਅੰਦਰ ਵਰਾਂ ਨਾ ਬਾਹਰ ਮਰਾਂ। ਦੇੜੀਆਂ ਤੇ ਬਹਿ ਕੇ ਲੈ ਕੇ, ਫਿਰ ਪਤਾ ਹੀ ਹੈ ਤੁਹਾਨੂੰ ਇਤਿਹਾਸ ਬਾਰੇ, ਦੇੜੀਆਂ ਤੇ ਬਹਿ ਕੇ, ਅੱਧਾ ਕ ਅੰਦਰ ਅੱਧਾ ਕ ਬਾਹਰ ਹੈ। ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ। ਕਹਿੰਦੇ ਗੋਡਿਆਂ ਤੇ ਰੱਖ ਲਿਆ ਪ੍ਰਮਾਤਮਾ ਨੇ, ਦੇਖ ਨਾ ਤੂੰ ਧਰਤੀ ਤੇ ਨਾ ਆਕਾਸ਼ ਤੇ ਹੈ। ਉਹ ਕਹਿੰਦਾ ਨਾ ਮੈਨੂੰ ਕੋਈ ਬੰਦਾ ਮਾਰੇ ਨਾ ਕੋਈ ਜਾਨਵਰ ਮਾਰੇ। 6 ਹੋ ਗਏ। ਕਹਿੰਦਾ ਠੀਕ ਹੈ। ਪਰਮਾਤਮਾ ਕਹਿੰਦੇ ਦੇਖ ਨਾ ਮੈਂ ਬੰਦਾ ਨਾ ਮੈਂ ਜਾਨਵਰ ਹੈ। ਉਦੋਂ ਫਿਰ ਨਰ ਸਿੰਘ ਦਾ ਰੂਪ ਧਾਰਨ ਕਰਕੇ ਫਿਰ ਕਹਿੰਦੇ ਨਾ ਮੈਨੂੰ ਕੋਈ ਸ਼ਸਤਰ ਮਾਰੇ। ਪਰਮਾਤਮਾ ਨੇ ਆਏ ਹੱਥ ਕੱਢਤੇ, ਦੋਨੋਂ ਖੜੇ ਕਰਤੇ, ਕਹਿੰਦੇ ਦੇਖ ਹੈ ਤਾਂ ਨਹੀਂ ਮੇਰੇ ਕੋਲ ਕੋਈ, ਨਾ ਤਲਵਾਰ ਨਾ ਵਰਸ਼ਾ, ਕੁਛ ਨਹੀਂ। ਕਹਿੰਦੇ ਨਹੀਂ। ਫਿਰ ਆਪਣੇ ਨੌ ਵਧਾ ਕੇ ਵੱਡੇ ਵੱਡੇ ਉਸ ਹਰਨਾਕਸ਼ ਦਾ, ਪਾਪੀ ਦੁਸ਼ਟ ਦਾ ਜਿਹੜਾ ਉਹ ਢਿੱਡ ਪਾੜ ਦਿੱਤਾ, ਤੇ ਪ੍ਰਹਿਲਾਦ ਭਗਤ ਦੀ ਲਾਜ ਰੱਖੀ। ਬਸ ਇੱਕੋ ਹੀ ਕਾਰਜ ਵਾਸਤੇ ਆਏ ਸੀ, ਕਾਰਜ ਹੋ ਗਿਆ। ਆਪਣੇ ਭਗਤ ਨੂੰ ਤਖਤ ਤੇ ਬਿਠਾ ਦਿੱਤਾ
ਤੇ ਹਰਨਾਕਸ਼ ਨੂੰ ਮਾਰਤਾ, ਪਰਮਾਤਮਾ ਉਹਦੀ ਵਾਪਸ ਮੁੜ ਗਏ। ਚੱਕੋ ਮੇਰਾ ਇੰਨਾ ਕੁ ਕੰਮ ਸੀ। ਥੋੜੀ ਬਿਮਾਰੀ ਸੀ ਨਾ, ਦਵਾਈ ਦੇ ਕੇ ਉਹਦੀ ਨਾਲ ਦੀ ਨਾਲ ਚਲੇ ਗਏ। ਅੱਗੇ ਬਿਮਾਰੀ ਵੱਧਦੀ ਗਈ। ਫਿਰ ਜਦੋਂ ਪਤਾ ਲੱਗਿਆ ਵੀ ਬਿਮਾਰੀ ਹੁਣ ਸਿਖਰਾਂ ਤੇ ਹੈ, ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਜਲੰਦੇ ਦੀ ਸੈਰ ਕਰਨ ਵਾਸਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਏ। ਆ ਕੇ ਫਿਰ ਉਹਨਾਂ ਨੇ ਇਹੋ ਜਿਹਾ ਇੱਕ ਨਾਮ ਦਾ ਸ਼ਸਤਰ ਫੜਿਆ, ਜਿਸ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ, ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਐਸਾ ਪਿਆਰ ਦਾ ਸ਼ਸਤਰ ਹੱਥ ਵਿੱਚ ਫੜਿਆ ਹੋਇਆ ਸੀ, ਜਿਨ੍ਹਾਂ ਨੇ ਜਾ ਜਾ ਕੇ ਉਹ ਅਗੀ ਪਾਪੀ ਜਿਹੜੇ ਹੈ ਤੜਫਦੇ ਸੀ, ਉਹਨਾਂ ਦਾ ਭਲਾ ਕਰਿਆ। ਇਹ ਡਿਊਟੀ ਫਿਰ ਅੱਗੇ ਚੱਲਦੀ ਗਈ ਤੇ 10ਵੇਂ ਪਾਤਸ਼ਾਹ ਮਹਾਰਾਜ ਦੇ ਹੱਥ ਦੇ ਵਿੱਚ ਫਿਰ ਉਹ ਅਸ਼ੋਕ ਬਾਦਸ਼ਾਹ, ਉਹਦੀ ਤਲਵਾਰ ਆ ਗਈ। ਅਸ਼ੋਕ ਬਾਦਸ਼ਾਹ ਜਦੋਂ ਜੰਗ ਕਰਦਾ ਕੌਣ ਸੀ ਅਸ਼ੋਕ ਬਾਦਸ਼ਾਹ? ਮਹਾਤਮਾ ਬੁੱਧ ਦਾ ਸਭ ਤੋਂ ਪਹਿਲਾ ਚੇਲਾ ਹੋਇਆ ਹੈ ਅਸ਼ੋਕ ਬਾਦਸ਼ਾਹ। ਉਹ ਮਹਾਤਮਾ ਬੁੱਧ ਜਿਨ੍ਹਾਂ ਨੇ ਇੰਨੀ ਭਗਤੀ ਕਰੀ, ਇੰਨੀ ਬੰਦਗੀ ਕਰੀ, ਤੇ ਐਵੇਂ ਨਹੀਂ ਲੋਕ ਉਹਨਾਂ ਨੂੰ ਪੂਜਦਾ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਕਹਿੰਦੇ ਮਹਾਤਮਾ ਬੁੱਧ ਐ ਚੌਂਕੜਾ ਮਾਰ ਕੇ ਬੈਠ ਗਏ। ਇੱਕ ਗਲਾਸ ਪਾਣੀ ਦਾ, ਕਟੋਰਾ ਕਹਿ ਲਓ, ਚਲੋ ਉਹਨਾਂ ਸਮੇਂ ਵਿੱਚ ਉਹ ਭਰ ਕੇ ਰੱਖ ਲਿਆ ਮੂਹਰੇ। ਇੱਕ ਦਾਣਾ ਚੌਲ ਦਾ, ਇੱਕੋ ਹੀ ਦਾਣਾ ਉਹ ਮੂਹਰੇ ਰੱਖ ਲਿਆ। ਉਹਦੇ ਕੰਨੀ ਦੇਖੀ ਜਾਂ ਧਿਆਨ ਵੀ ਟਿਕ ਗਿਆ ਤੇ ਮਨ ਵਿੱਚ ਇਹੀ ਹੈ, ਜਿਵੇਂ ਕੱਲ੍ਹ ਮੈਂ ਅਰਜ਼ ਕਰਦਾ ਸੀ, ਫਰੀਦ ਨੂੰ ਪੁੱਛਿਆ ਰੋਟੀ ਖਾ ਲਈ? ਕਹਿੰਦਾ ਹਾਊ ਖਾ ਲਈ, ਕੁਝ ਖਾ ਲਈ, ਕੁਝ ਪੱਲੇ ਬੰਨੀ ਹੋਈ ਹੈ। ਮਹਾਤਮਾ ਬੁੱਧ ਚੌਲ ਦੇ ਦਾਣੇ ਕੰਨੀ ਵੇਖਦੇ ਨੇ, ਧਿਆਨ ਨਾਲ ਟਿਕਿਆ ਹੋਇਆ, ਨਾਲੇ ਇਹ ਹੈ ਵੀ ਮੈਂ ਖਾ ਰਿਹਾ ਹਾਂ ਚੌਲ ਦਾ ਦਾਣਾ। ਤੇ ਬੰਦਗੀ ਪਰਮਾਤਮਾ ਦੀ 12 ਸਾਲ ਇੱਕ ਚੌਂਕੜੇ ਵਿੱਚ ਬੈਠੇ ਰਹੇ। 12 ਸਾਲ 12 ਸਾਲਾਂ ਬਾਅਦ ਉੱਠ ਕੇ ਕਹਿੰਦੇ ਯਾਰ ਕੁਛ ਨਹੀਂ, ਐਵੇਂ ਹੀ ਲੋਕ ਬਣਾਈ ਜਾਂਦੇ ਨੇ ਗੱਲਾਂ ਵੀ ਰੱਬ ਹੈ ਰੱਬ ਹੈ। ਜਦੋਂ ਕੁਛ ਨਹੀਂ ਕਿਹਾ ਨਾ, ਉਹਦੀ ਪਰਮਾਤਮਾ ਨੇ ਦੋਨੇ ਬਾਹਾਂ ਤੋਂ ਫੜ ਲਿਆ ਕੇ ਕਹਿੰਦੇ ਬਸ ਆਹੀ ਤਾਂ ਕਹਾਉਣਾ ਸੀ। ਤੂੰ ਕਹਿੰਦਾ ਵੀ ਮੈਂ ਬੰਦਗੀ ਕਰਦਾ ਹੈ, ਮੈਂ ਜਿਹੜਾ ਕੁਝ ਕਰਦਾ ਹੈ। ਕਹਿੰਦੇ ਨਹੀਂ, ਜਿਹੜਾ ਕੁਝ ਕਰਦਾ ਹੈ ਉਹ ਪਰਮਾਤਮਾ ਕਰਦਾ ਹੈ। ਚੰਗੇ ਵਾਸਤੇ ਵੀ ਪਰਮਾਤਮਾ ਕਰਦਾ ਹੈ, ਮਾੜੇ ਵਾਸਤੇ ਵੀ ਪਰਮਾਤਮਾ ਕਰਦਾ ਹੈ। ਹੁਣ ਕਈ ਲੋਕ ਕਹਿੰਦੇ ਰੱਬ ਕਿਸੇ ਦਾ ਮਾੜਾ ਨਹੀਂ ਕਰਦਾ। ਕਹਿੰਦੇ ਗੱਲ ਸਹੀ ਹੈ। ਮਹਾਰਾਜ ਜੀ ਕੀ ਕਹਿੰਦੇ? ਕਰਮਾਂ ਉੱਪਰ ਨਿਬੜ ਹੈ, ਸਾਡੇ ਕਰਮਾਂ ਦੇ ਉੱਪਰ ਨਿਬੜਦੀ ਹੈ। ਰੱਬ ਨਹੀਂ ਮਾੜਾ ਕਰਦਾ ਕਿਸੇ ਦਾ ਵੀ। ਦੱਸੋ ਕਿਹੜਾ ਪਿਤਾ ਕਿਹੜੀ ਮਾਂ ਆਪਣੇ ਧੀ ਪੁੱਤ ਵਾਸਤੇ ਕੋਈ ਮਾੜਾ ਸੋਚਦੀ ਹੋਊਗੀ? ਜਦੋਂ ਨਲਾਇਕ ਨਿਕਲ ਗਿਆ ਉਹ ਕਹਿੰਦੇ ਲਾ ਦੋ ਰੱਸਾ ਇਹਦਾ। ਜਦੋਂ ਪਰਮਾਤਮਾ ਦੀ ਕੋਈ ਬੰਦਗੀ ਕਰਦਾ ਨਹੀਂ, ਪਰਮਾਤਮਾ ਦੇ ਨਾਮ ਉੱਤੇ ਨਹੀਂ ਚੱਲਦਾ, ਫਿਰ ਰੱਬ ਕਹਿੰਦਾ ਇਹਦਾ ਰੱਸਾ ਲਾ ਦਿਓ ਪਰੇ, ਫਿਰਨ ਦੇ ਉਹਨੂੰ ਜਿੱਥੇ ਫਿਰਦਾ। ਹਾਂ ਮੈਂ ਅਰਜ਼ ਕਰਿਆ ਸੀ, ਮਹਾਤਮਾ ਬੁੱਧ ਦਾ ਸਭ ਤੋਂ ਪਹਿਲਾ ਚੇਲਾ ਸੀ, ਉਹਦਾ ਨਾਮ ਸੀ ਅਸ਼ੋਕ ਰਾਜਾ ਸੀ, ਜਿਹਦੇ ਨਾਂ ਤੇ ਮਹਾਤਮਾ ਬੁੱਧ ਨੇ ਫਿਰ ਉਹ ਮੋਹਰ ਬਣਾਈ, ਜਿਹੜੀ ਮੈਂ ਪਿੱਛੇ ਅਰਜ਼ ਕਰਿਆ ਨੋਟਾਂ ਦੇ ਉੱਤੇ ਲੱਗੀ ਹੋਈ ਨੇ। 3 ਸ਼ੇਰਾਂ ਦੀ ਮੋਹਰ ਲੱਗੀ ਹੋਈ ਹੈ। ਆ ਜਿਹੜੇ ਤੁਹਾਡੇ ਜੇਬਾਂ ਦੇ ਵਿੱਚ ਪੈਸੇ ਨਾ, ਇਹਨਾਂ ਦੇ ਉੱਤੇ ਇੱਕ 3 ਸ਼ੇਰਾਂ ਦੀ ਮੋਹਰ ਲੱਗੀ ਹੋਈ ਹੈ। ਉਹ ਮਹਾਤਮਾ ਬੁੱਧ ਨੇ ਬਣਾਈ ਸੀ ਆਪਣੇ ਚੇਲੇ ਦੇ ਨਾਂ ਦੇ ਉੱਤੇ। ਤੇ ਜਦੋਂ ਦੇਖਿਆ ਮਹਾਤਮਾ ਬੁੱਧ ਮੇਰੇ ਨਾਲ ਇੰਨਾ ਪ੍ਰੇਮ ਕਰਦੇ ਨੇ, ਫਿਰ ਆਪਣਾ ਰਾਜ ਭਾਗ ਛੱਡ ਕੇ ਗਿਆ ਚਲਿਆ ਗਿਆ ਸੀ। ਗਿਆ ਦੇ ਵਿੱਚ ਉੱਥੇ ਮਹਾਤਮਾ ਬੁੱਧ ਦਾ ਸਭ ਤੋਂ ਵੱਡਾ ਮੰਦਿਰ ਹੈ ਗਿਆ ਦੇ ਵਿੱਚ। ਉੱਥੇ ਜਾ ਕੇ ਫਿਰ ਉਹਨੇ ਰਹਿਣ ਵਸੇਰਾ ਕਰਿਆ। ਤੇ ਫਿਰ ਇਤਿਹਾਸ ਵਿੱਚ ਚਲੋ ਡੋਡੀ ਵਿਦਵਾਨਾਂ ਦੀ ਰਾਏ, ਕਹਿੰਦੇ ਉਹ ਬਾਦਸ਼ਾਹ ਜੰਗ ਕਰਦਾ ਸ਼ਸਤਰ ਜਿਹੜੇ ਨਾ ਸਾਰੇ ਉਹਦੇ ਲਿਬੜੇ ਹੋਏ ਸੀ ਖੂਨ ਦੇ, ਸਾਰੇ ਸ਼ਸਤਰ ਇਕੱਠੇ ਕਰਕੇ ਉਹਨੇ, ਜਿੱਥੇ ਅੱਜ ਤੁਸੀਂ ਜਾਣੋ ਹੇਮਕੁੰਡ ਸਾਹਿਬ ਦਰਸ਼ਨ ਕਰਨ ਵਾਸਤੇ, ਉਸ ਹੇਮਕੁੰਡ ਦੇ ਪਹਾੜ ਦੇ ਉੱਤੇ ਜਿਹੜੇ ਆਪਣੇ ਸ਼ਸਤਰ ਰੱਖ ਦਿੱਤੇ। ਪਾਣੀ ਦਾ ਝਰਨਾ ਡਿੱਗਦਾ ਸੀ, ਧੋਤੇ ਜਾਣਗੇ, ਸੁੱਚੇ ਹੋ ਜਾਣਗੇ। ਫਿਰ ਉਹ ਤਲਵਾਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੱਥ ਦੇ ਵਿੱਚ ਆਈ। ਜਦੋਂ ਬੰਦਗੀ ਕਰਦੇ ਨੇ ਮਹਾਰਾਜ ਬੈਠੇ ਬੈਠੇ, ਫਿਰ ਪਰਮਾਤਮਾ ਦੇ ਘਰ ਦੇ ਵਿੱਚ ਆਈ। ਦੁੱਖ ਬਹੁਤਾ ਵੱਧ ਗਿਆ, ਹੁਣ ਚਲੋ ਜਗ ਸੰਸਾਰ ਦੇ ਉੱਤੇ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪਣੀ ਸਵਜੈ ਜੀਵਨੀ ਵਿੱਚ ਲਿਖਦੇ ਨੇ, ਕਹਿੰਦੇ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਕਹਿੰਦੇ ਫਿਰ ਮੈਨੂੰ ਅਕਾਲ ਪੁਰਖ ਨੇ ਆ ਕੇ ਹੁਕਮ ਕੀਤਾ ਵੀ ਜਾਓ, ਹੁਣ ਬਹੁਤਾ ਦੁੱਖ ਵੱਧ ਗਿਆ,
ਹੁਣ ਇਹ ਲੋਕ ਇਸ ਤਰ੍ਹਾਂ ਹੱਥ ਬੰਨਿਆ ਤੋਂ ਨਹੀਂ ਮੰਨਦੇ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਰਚਨਾ ਦੇ ਵਿੱਚ ਵਰਣਨ ਕਰਿਆ, ਚੂਕਾਰ ਅਜ ਹਮਾ ਹੀਲਤੇ ਦਰ ਗੁਜਸਤ ਹਲਾਲ ਅਸਤ ਬਰਦਨ ਵਾ ਸ਼ਮਸ਼ੀਰ ਦਸਤ। ਕਹਿੰਦੇ ਹੁਣ ਲੋਕਾਂ ਨੇ ਹੱਥ ਬੰਨਿਆ ਤੋਂ, ਜਿਵੇਂ ਅੱਜ ਵੀ ਲੋਕ ਸਾਡੇ ਹੱਥ ਬੰਨ੍ਹਦੇ ਨੇ, ਅਜੇ ਵੀ ਬੰਨੀ ਜਾਂਦੇ ਨੇ, ਪਰ ਮਾਹੌਲ ਵਿਗੜਦਾ ਜਾ ਰਿਹਾ, ਜ਼ਿਆਦਾ ਵਿਗੜਦਾ ਜਾ ਰਿਹਾ। ਕਿਤੇ ਡਰਾਵਾ ਦਿੰਦੇ ਨੇ, ਕੋਲਾ ਮੁੱਕ ਗਿਆ ਜੀ, ਤੁਹਾਡੀ ਬਿਜਲੀ ਗੋ, ਲੋਕਾਂ ਨੇ ਉਹ ਵੀ ਜਮ੍ਹਾਂ ਕਰ ਲਿਆ, ਤੇਲ ਕਰ ਲਿਆ, ਕਿਸੇ ਨੇ ਕੁਝ ਕਰ ਲਿਆ, ਬਿਜਲੀ ਤੁਹਾਡੀ ਬੰਦ ਹੋ ਜਾਣੀ। ਭਾਵ ਵੀ ਇਹਨਾਂ ਨੂੰ ਉਠਾ ਦਈਏ ਕਿਸੇ ਨਾ ਕਿਸੇ ਲੋਟ। ਅੱਜ ਹੱਥ ਬੰਨੀ ਜਾਂਦੇ ਨੇ, ਬੰਨੀ ਜਾਂਦੇ ਨੇ। ਜਦੋਂ ਕੋਈ ਹੱਥ ਬੰਨਿਆ ਤੋਂ ਨਾ ਮੰਨੇ, ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਮੇਰੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਹੱਥ ਬੰਨੇ ਸੀ ਰੰਗਜੇ ਵੇਲੇ, ਦਿੱਲੀ ਦੇ ਵਿੱਚ ਨਹੀਂ ਮੰਨਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਹੱਥ ਬੰਨੇ ਸੀ ਬਥੇਰੇ, ਨਾ ਮੰਨੇ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤੇ। ਫਿਰ ਉਹਦਾ ਹਸਰ ਕੀ ਹੋਇਆ? ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ ਹੋ ਗਏ, ਜਿਹੜੀ ਤਵੀ ਉੱਤੇ ਬੈਠੇ ਹੋ ਸੀ, ਤਵੀ ਵਿੱਚੋਂ 2 ਤਲਵਾਰਾਂ ਪੈਦਾ ਹੋਈਆਂ। ਨੱਥਾ ਤੇ ਅਬਦੁੱਲਾ ਢਾਡੀ ਬੜੇ ਤਕੜੇ ਸਨ, ਜਿਨ੍ਹਾਂ ਨੇ ਵਰਣਨ ਕਰਿਆ। ਉਹ ਕਹਿੰਦੇ 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਪੀਰ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਵਲਖ ਵਖੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਹਿੰਦੇ ਜੇ ਉਹਨਾਂ ਨੇ ਸ਼ਾਂਤੀ ਦੇ ਵਿੱਚ ਆ ਕੇ ਸ਼ਹੀਦੀ ਦਿੱਤੀ ਤਾਂ 2 ਤਲਵਾਰਾਂ ਪੈਦਾ ਹੋਈਆਂ, ਇੱਕ ਸੱਜੇ ਇੱਕ ਖੱਬੇ ਪੈ ਗਈ ਮਹਾਰਾਜ ਜੀ ਦੇ। ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਔਰੰਗਜ਼ੇਬ ਨੂੰ ਕਹਿ ਦਿੱਤਾ ਸੀ, ਕਹਿਣ ਲੱਗੇ ਬਈ ਅਸੀਂ ਨਾ ਅੱਜ ਇਹਨਾਂ ਹਿੰਦੂਆਂ ਦੀ ਬਾਂਹ ਫੜ ਲਈ ਆ ਕੇ। ਚਿੱਠੀ ਦੇ ਵਿੱਚ ਵੀ ਇਹ ਲਿਖ ਕੇ ਭੇਜਿਆ ਸੀ, ਜਾਓ ਔਰੰਗਜ਼ੇਬ ਨੂੰ ਕਹਿ ਦਿਓ ਵੀ ਜੇ ਕੱਲੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੁਸਲਮਾਨ ਬਣਾ ਲਿਆ, ਅਸੀਂ ਆਪਣੇ ਆਪ ਬਣ ਜਾਾਂਗੇ ਸਾਰੇ। ਚਿੱਠੀ ਪੜ੍ਹ ਕੇ ਰੰਗਾ ਬੜਾ ਹੱਸਿਆ, ਹੰਕਾਰੀ ਸੀ ਨਾ, ਬਹੁਤ ਹੱਸਿਆ। ਭਾਵੇਂ ਗੁਰੂ ਜੀ ਦੀ ਕਰਾਮਾਤ ਨੂੰ ਜਾਣਦਾ ਸੀ ਉਹ ਸਾਰੀ ਨੂੰ, ਕਿਉਂਕਿ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਪ ਕਰਿਆ ਹੇਮਕੁੰਟ ਸਾਹਿਬ ਦੀ ਪਹਾੜੀ ਉੱਤੇ ਬੈਠ ਕੇ, ਉੱਥੇ ਔਰੰਗਜ਼ੇਬ ਨੇ ਤਪ ਕਰਿਆ। ਪਰ ਅਕਾਰਨ ਵੈ ਫਿਰ ਇਹ ਵੀ ਕੋਈ ਨਾ ਕੋਈ ਇਹ ਗੱਲ ਬਣਾਉਣੀ ਹੋਈ ਸੀ ਨਾ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਫਿਰ ਜਗਤ ਦਾ ਤਮਾਸ਼ਾ ਵੀ ਬਣਾਉਣਾ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਧਰਮ ਵਾਲੇ ਪਾਸੇ ਤੋਰਤਾ, ਉਹਨੂੰ ਦੂਸਰੇ ਪਾਸੇ ਤੋਰ ਦਿੱਤਾ ਔਰੰਗਜ਼ੇਬ ਨੂੰ। ਬੰਦਗੀ ਬਹੁਤ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮੱਥਾ ਲਾਉਣਾ ਕੋਈ ਐਵੇਂ ਗੱਲ ਨਹੀਂ ਸੀ, ਖਾਲਾ ਜੀ ਦਾ ਵਾੜਾ ਨਹੀਂ ਸੀ। ਜਦੋਂ ਔਰੰਗਜ਼ੇਬ ਰੋਜ਼ ਐਡਾ ਤਕੜਾ ਹਾਜੀ ਸੀ, ਜਿਹੜਾ ਉਹ ਜਾ ਕੇ ਮੱਕੇ ਦੇ ਵਿੱਚ ਤਪ ਕਰਦਾ ਸੀ, ਮੱਕੇ ਦੇ ਵਿੱਚ ਜਿਹੜਾ ਉਹ ਜਾ ਕੇ ਨਵਾਜ਼ਾਂ ਪੜ੍ਹਦਾ ਸੀ, ਸੁਰੰਗ ਬਣਾਈ ਹੋਈ ਸੀ ਉਹਦੀ, ਸੁਰੰਗ ਦੇ ਉੱਤੇ ਉਹਦੇ ਘੋੜੇ ਉੱਤੇ ਬੈਠ ਕੇ ਸੁਰੰਗ ਦੇ ਵਿੱਚ ਦੀ ਜਾ ਰਿਹਾ ਹੈ। ਜਦੋਂ ਨਵਾਜ਼ ਪੜ੍ਹ ਕੇ ਵਾਪਸ ਆ ਰਿਹਾ ਹੈ ਨਾ, ਤੇ ਉਹਨੂੰ ਫਿਰ ਮੁਹੰਮਦ ਸਾਹਿਬ ਨੇ ਆਪਣੀ ਕੀਮਤੀ ਤਲਵਾਰ ਦਿੱਤੀ ਔਰੰਗਜ਼ੇਬ ਨੂੰ। ਇਹ ਦਰਗਾਹ ਦੇ ਵਿੱਚੋਂ ਆਈ ਹੋਈ ਹੈ। ਔਰੰਗਜ਼ੇਬ ਵਾਪਸ ਮੁੜਿਆ ਆ ਰਿਹਾ ਹੈ, ਸੁਰੰਗ ਜਮਾਏ ਬੰਦ ਰਸਤਾ ਜਿਵੇਂ ਕਹਿ ਲਈ ਆਪਾਂ, ਉਹਦੇ ਵਿੱਚ ਦੀ ਆ ਰਿਹਾ, ਕੋਈ ਡਰ ਨਹੀਂ, ਕੋਈ ਸੈਨਾ ਨਹੀਂ, ਕੋਈ ਫੌਜ ਨਹੀਂ। ਕਹਿੰਦਾ ਇੱਥੇ ਕਿਹੜਾ, ਇੱਥੇ ਚਿੜੀ ਉੱਡ ਕੇ ਨਹੀਂ ਆ ਸਕਦੀ। ਤੇ ਜਦੋਂ ਔਰੰਗਜ਼ੇਬ ਆ ਰਿਹਾ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਘੋੜ ਸਵਾਰ ਨੇ, ਸੁਰਗ ਦੇ ਵਿੱਚ ਮੂਹਰੇ ਖੜੇ ਨੇ, ਘੇਰ ਲਿਆ ਔਰੰਗਜ਼ੇਬ ਨੂੰ, ਡਰ ਗਿਆ ਵੇਖ ਕੇ। ਕਹਿਣ ਲੱਗਿਆ ਲੈ ਹੁਣ ਮੇਰਾ ਕੀਰਤਨ ਸੋਹਲਾ ਪੜ੍ਹਨਗੇ। ਮਹਾਰਾਜ ਕਹਿਣ ਲੱਗੇ ਮਰਦ ਦਾ ਕੰਮ ਨਹੀਂ, ਇਸ ਤਰ੍ਹਾਂ ਨਹੀਂ ਮੈਂ ਤੈਨੂੰ ਮਾਰਦਾ, ਤੈਨੂੰ ਦੇਖੂੰਗਾ ਮੈਦਾਨੇ ਜੰਗ ਵਿੱਚ 2 ਹੱਥ ਕਰਕੇ ਉੱਥੇ, ਇੱਥੇ ਮੈਂ ਤੈਨੂੰ ਕੁਝ ਨਹੀਂ ਕਹਿੰਦਾ, ਪਰ ਮੈਂ ਤੈਨੂੰ ਦੱਸਦਾ ਰੰਗਿਆ, ਇਹ ਨਾ ਤੂੰ ਕਹੀਂ ਵੀ ਮੈਂ ਤਖਤ ਤੇ ਬੈਠਾ, ਮੇਰੇ ਆਲੇ ਦੁਆਲੇ ਫੌਜ ਹੈ, ਮੈਨੂੰ ਇਸ ਤਰ੍ਹਾਂ ਵੀ ਪਤਾ ਮੈਂ ਤੈਨੂੰ ਇਕੱਲੇ ਨੂੰ ਵੀ ਮਿਲ ਸਕਦਾ। ਫਿਰ ਗੁਰੂ ਘਰ ਦਾ ਸ਼ਰਧਾਲੂ ਮਰੀਦ ਵੀ ਬਣਿਆ ਉਹਨੇ। ਫਿਰ ਉਹ ਤਲਵਾਰ ਜਿਹੜੀ ਮੱਕੇ ਵਿੱਚ ਮਿਲੀ ਸੀ, ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਭੇਟ ਕਰ ਦਿੱਤੀ। ਮਹਾਰਾਜ ਮੁਹੰਮਦ ਸਾਹਿਬ ਨੇ ਮੈਨੂੰ ਸਭ ਤੋਂ ਬੇਕੀਮਤੀ ਚੀਜ਼ ਦਿੱਤੀ ਹੈ, ਤੇ ਇਹ ਹੈ ਤਲਵਾਰ, ਇਹ ਤੁਸੀਂ ਰੱਖੋ। ਤੇ ਜਿਹੜਾ ਇਤਿਹਾਸ ਵਿੱਚ ਜ਼ਿਕਰ ਮਿਲਦਾ, ਜੋ ਤਲਵਾਰ ਜਿਹੜੀ ਅਨੰਦਪੁਰ ਸਾਹਿਬ ਦੀ ਧਰਤੀ ਤਖਤ ਸਾਹਿਬ ਦੇ ਉੱਤੇ ਪਈ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੈਂ ਤਾਂ ਇਹ ਤਾਂ ਇੱਕ ਜਗਤ ਦਾ ਤਮਾਸ਼ਾ ਵੇਖਣ ਵਾਸਤੇ ਆਇਆ, ਮੈਂ ਕਰ ਸਭ ਕੁਝ ਕਰਦਾ ਸੀ, ਮੈਂ ਅਰਜ਼ ਕਰਿਆ ਸੀ, ਬਿਮਾਰੀ ਵੱਧ ਗਈ। ਫਿਰ ਉਹ ਹੇਮਕੁੰਟ ਸਾਹਿਬ ਦੀ ਪਹਾੜੀ ਉੱਤੋਂ ਸ਼ਸਤਰ ਚੁੱਕ ਲਏ ਫਿਰ ਮਹਾਰਾਜ ਜੀ ਨੇ। ਫਿਰ ਉੱਥੇ ਅਰਜ਼ ਕਰੀ, ਸੱਚੇ ਪਾਤਸ਼ਾਹ ਮੈਂ ਇਹੋ ਜਿਹਾ
ਕਿਹੋ ਜਿਹਾ ਧਰਮ ਸਾਜਾਂ। ਫਿਰ ਅਕਾਲ ਪੁਰਖ ਨੇ ਪੂਰਾ ਸੰਪੂਰਨ ਬਾਣਾ ਪਾ ਕੇ ਆਪਣਾ ਮਹਿਲ ਬਣਦਾ ਗਿਆ। ਗੁਰੂ ਨਾਨਕ ਨੇ ਮਹਿਲ ਦੀ ਨੀਂਹ ਪੱਥਰ ਰੱਖ ਦਿੱਤੀ, ਸਿੱਖੀ ਦਾ ਮਹਿਲ ਬਣਦਾ ਗਿਆ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਸ ਮਹਿਲ ਦੇ ਵਿੱਚ ਹੋਰ ਰੰਗ, ਜਿਵੇਂ ਉਦਾਹਰਨ ਲਾ ਲਓ, ਚਲੋ ਵੀ ਇਹ ਕਹਿ ਲਓ ਵੀ ਆ ਜਿਹੜਾ ਮਕਾਨ ਬਣਾਇਆ ਆਪਾਂ, ਦਰਬਾਰ ਸਾਹਿਬ ਬਣਾਇਆ, ਇਹਦੀ ਚਿਨਾਈ ਕਰਨ ਵਾਸਤੇ ਮਿਸਤਰੀ ਹੋਰ ਲਾਇਆ, ਜਦੋਂ ਇਹਦੀ ਪਲਸਤਰ ਕਰਨ ਵਾਸਤੇ ਹੋਰ ਮਿਸਤਰੀ ਲਾਇਆ, ਆ ਪੱਖੇ ਲਾਉਣ ਵਾਸਤੇ ਹੋਰ, ਫਿਟਿੰਗ ਕਰਨ ਵਾਸਤੇ ਹੋਰ, ਉਹ ਜਿਹੜੀਆਂ ਤੱਕੀਆਂ ਮੋਰੀਆਂ ਲੱਗੀਆਂ ਉਹਦੇ ਵਾਸਤੇ ਹੋਰ, ਏਸੀ ਲੱਗਿਆ ਉਹਦੇ ਵਾਸਤੇ ਹੋਰ, ਆ ਜਿਹੜਾ ਚਾਨਣੀ ਬੰਨਣ ਵਾਲਾ ਜਗਾੜ ਲਾਇਆ ਇਹਦੇ ਵਾਸਤੇ ਮਿਸਤਰੀ ਹੋਰ ਲਿਆਂਦਾ। ਡੋਡੀ ਲਿਆਂਦੇ ਨਾ ਸਾਰੇ ਮਿਸਤਰੀਆਂ ਨੇ ਆ ਕੇ ਆਪੋ ਆਪਣਾ ਵੱਖੋ ਵੱਖਰਾ ਰੰਗ ਭਰ ਦਿੱਤਾ। ਤੇ ਫਿਰ ਕੀ ਬਣ ਗਿਆ? ਗੁਰੂ ਦਾ ਪ੍ਰਕਾਸ਼ ਫੁੱਕ ਕੇ ਦਰਬਾਰ ਬਣ ਗਿਆ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣਾ ਰੰਗ ਭਰਤਾ, ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਰੰਗ ਭਰ ਦਿੱਤਾ। ਸਿੱਖੀ ਦਾ ਮਹਿਲ ਬਣਦਾ ਗਿਆ, ਬਣਦਾ ਗਿਆ, ਬਣਦਾ ਗਿਆ। ਜੇ ਕਿਹਦੀ ਵਾਰੀ ਆ ਗਈ? ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਵਾਰੀ ਆ ਗਈ। ਤੇ ਫਿਰ ਪਿਆਰ ਵਿੱਚ ਆ ਕੇ ਕਹਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਐਸਾ ਮਹਿਲ ਬਣਾ ਦਿੱਤਾ ਜਿਹਨੂੰ ਪਿਆਰ ਦੇ ਵਿੱਚ ਆ ਕੇ ਵਿਦਵਾਨ ਲਿਖਦੇ ਨੇ। ਉਹ ਕਹਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਪੁੱਤਰਾਂ ਦਾ ਖੂਨ ਪਾ ਕੇ ਇਹ ਸਿੱਖੀ ਦੇ ਮਹਿਲ ਨੂੰ ਇੰਨਾ ਪ੍ਰਫੁੱਲਤ ਕਰ ਦਿੱਤਾ। ਅੱਜ ਇਹ ਸਿੱਖੀ ਦੇ ਮਹਿਲ ਦੇ ਉੱਤੇ, ਸਿੱਖੀ ਦੇ ਉੱਤੇ ਅੱਜ ਹਮਲੇ ਥਾਂ ਥਾਂ ਤੇ ਹੋ ਰਹੇ ਨੇ। ਪਰ ਇਹ ਸਿੱਖ ਧਰਮ ਐਸਾ ਜਿਹੜਾ ਜਿਹਦੀ ਬੁਨਿਆਦ, ਜਿਹਦੀ ਨੀਂਹ ਇੰਨੀ ਡੂੰਘੀ ਰੱਖ ਦਿੱਤੀ ਤੇ ਜਿਹਨੂੰ ਕੋਈ ਹਿਲਾ ਨਹੀਂ ਸਕਦਾ। ਕਿਹਨੇ ਮਹਿਲ ਕਿਹਨੇ ਸ਼ੁਰੂ ਕੀਤਾ? ਗੁਰੂ ਨਾਨਕ ਦੇਵ ਮਹਾਰਾਜ ਨੇ। ਸਾਡੇ ਉੱਥੇ ਨਾ ਇੱਕ ਪਿੰਡ ਦਰਾਜ, ਉਹ ਫੌਜੀ ਸੀ, ਫੌਜੀ, ਗੁਰੂ ਘਰ ਦੇ ਨਾਲ ਹੀ ਉਹਦਾ ਘਰ ਸੀ। ਉਹ ਹੈ ਥੋੜਾ ਜਿਹਾ ਆਪਣੇ ਖਿਆਲਾਂ ਦੇ ਸੀ, ਕਈ ਬੰਦੇ ਹੁੰਦੇ ਨੇ ਚਲੋ। ਉਹ ਫਿਰ ਨਾ ਜਦੋਂ ਮੈਂ ਕੀਰਤਨ ਕਰਿਆ ਕਰਾਂ, ਉਹ ਕਹਿੰਦਾ ਬਾਬਾ ਮੈਂ ਗੁਰਦੁਆਰੇ ਤਾਂ ਨਹੀਂ ਆਉਂਦਾ, ਮੈਂ ਉਸ ਵੇਲੇ ਮੈਂ ਤੋਂ ਨਹਾਤਾ ਨਹੀਂ ਜਾਂਦਾ। ਕਹਿੰਦਾ ਮੈਂ ਚਲੋ ਠੀਕ, ਕਹਿੰਦਾ ਮੈਂ ਬਹਿ ਜਾਂਦਾ ਮੰਜੇ ਤੇ, ਫਿਰ ਉੱਥੇ ਸੁਣਦਾ ਹੁੰਦਾ। ਫਿਰ ਉਹਨੇ ਇੱਕ ਦਿਨ ਮੈਨੂੰ ਦੱਸਿਆ, ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਮੈਂ ਉਹ ਵਾਰਤਾ ਸੁਣਾ ਰਿਹਾ ਸੀ ਜਦੋਂ ਅਮਰ ਕਥਾ ਸੁਣਾਈ ਨਾ ਭਗਵਾਨ ਸ਼ਿਵ ਜੀ ਨੇ ਪਾਰਵਤੀ ਨੂੰ, ਜਿੱਥੇ ਅੱਜ ਅਮਰਨਾਥ ਗੁਫਾ ਬਣੀ ਹੋਈ ਹੈ, ਉਹ ਕਹਿੰਦਾ ਮੈਂ ਉਸ ਗੁਫਾ ਦੇ ਕੋਲੇ ਡਿਊਟੀ ਕਰਕੇ ਆਇਆ ਜੰਮੂ। ਅਸੀਂ ਪੜ੍ਹ ਕੇ ਸੁਣਾਇਆ ਸੀ, ਉਹਨੇ ਫਿਰ ਸਾਰੀ ਵਾਰਤਾ ਉੱਥੋਂ ਦੀ ਐ ਮੈਨੂੰ ਸਾਹਮਣੇ ਸੁਣਾਤੀ। ਕਹਿੰਦਾ ਵੀ ਆਹ ਗੱਲ ਆ, ਉੱਥੇ 2 ਜੋੜੇ ਬੈਠੇ ਨੇ ਕਬੂਤਰਾਂ ਦੇ, ਉਹ ਅਮਰ ਨੇ। ਕਹਿੰਦਾ ਉਹ ਆਕਸੀਜਨ ਘੱਟ ਆ ਉੱਥੇ, ਹੋਰ ਕੋਈ ਵੀ ਤੁਹਾਨੂੰ ਜਾਨਵਰ ਨਹੀਂ ਕਹਿੰਦਾ ਮਿਲੂਗਾ। ਤੇ ਕਹਿੰਦਾ ਉੱਥੇ ਅੱਜ ਜੋ 2 ਕਬੂਤਰਾਂ ਦਾ ਜੋੜਾ ਉਸੇ ਤਰ੍ਹਾਂ ਹੀ ਬੈਠਾ ਹੈ। ਉਹ ਕਹਿੰਦਾ ਮੈਂ ਉਸ ਥਾਂ ਦੇ ਉੱਤੇ ਡਿਊਟੀ ਕਰਦਾ ਸੀ, ਫੌਜ ਦੇ ਵਿੱਚ ਸੀ, ਤੇ ਮੈਂ ਅਰਜ਼ ਕਰ ਰਿਹਾ ਸੀ। ਉਹ ਫਿਰ ਇੱਕ ਦਿਨ ਪੜ੍ਹ ਰਿਹਾ ਸੀ, ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕਰੀ, ਬੂਟਾ ਲਾਇਆ ਸਿੱਖੀ ਦਾ, ਤੇ ਪਾਲਿਆ ਕਿਹਨੇ? ਸਾਡੇ ਸੰਤ ਪੜ੍ਹਦੇ ਹੁੰਦੇ ਪਿਆਰ ਦੇ ਵਿੱਚ ਆ ਕੇ, ਉਹ ਕੀ ਕਹਿੰਦੇ? ਬੂਟਾ ਨਾਨਕ ਗੁਰੂ ਨੇ ਲਾਇਆ, ਉਹ ਪਾਲਿਆ ਗੋਬਿੰਦ ਸਿੰਘ ਨੇ। ਬੂਟਾ ਨਾਨਕ ਗੁਰੂ ਨੇ ਲਾਇਆ, ਪਾਲਿਆ ਗੋਬਿੰਦ ਸਿੰਘ ਨੇ। ਗੁਰੂ ਨੇ ਪਾਲਿਆ ਗੋਬਿੰਦ ਸਿੰਘ ਨੇ। ਬੂਟਾ ਨਾਨਕ ਗੁਰੂ ਨੇ ਲਾਇਆ, ਪਾਲਿਆ ਗੋਬਿੰਦ ਸਿੰਘ ਨੇ। ਬੂਟਾ ਨਾਨਕ ਗੁਰੂ ਨੇ ਲਾਇਆ, ਪਾਲਿਆ ਗੋਬਿੰਦ ਸਿੰਘ ਨੇ। ਬੂਟਾ ਨਾਨਕ ਗੁਰੂ ਨੇ ਲਾਇਆ, ਉਹ ਪਾਲਿਆ ਗੋਬਿੰਦ ਸਿੰਘ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਮੈਂ ਅਰਜ਼ ਕਰ ਰਿਹਾ ਸੀ, ਬਿਮਾਰੀ ਵੱਧਦੀ ਗਈ। ਫਿਰ ਹੁਣ ਡਾਕਟਰ ਲੋਕ ਪਹਿਲਾਂ ਦਵਾਈ ਦਿੰਦੇ ਨੇ, ਥੋੜੀ ਦਵਾਈ ਦੇ ਕੇ ਦੇਖਦੇ ਨੇ ਵੀ ਇਹਦੇ ਨਾਲ ਲੋਟ ਆ ਜਾਊਗਾ। ਫਿਰ ਉਹ ਕਹਿੰਦੇ ਵੀ ਹੁਣ ਤਾਂ ਇਹਦੇ ਟੀਕਾ ਲਾਉਣਾ ਪਊਗਾ। ਫਿਰ ਵੀ ਨਾ ਦੁੱਖ ਆਇਆ, ਲੋਟ ਆਇਆ। ਫਿਰ ਉਹ ਕਹਿੰਦੇ ਵੀ ਇਹਦੇ ਕੋਈ ਬੋਤਲ ਲਵਾ ਦਿਓ, ਉਹ ਫਿਰ ਨਾ ਲੋਟ ਆਇਆ, ਦੁੱਖ ਵੱਧਦਾ ਗਿਆ। ਫਿਰ ਡਾਕਟਰ ਕਹਿੰਦਾ ਕਿਸੇ ਚੰਗੇ ਡਾਕਟਰ ਦੀ ਸਲਾਹ ਲੈ, ਹੁਣ ਤੈਨੂੰ ਆਪਰੇਸ਼ਨ ਕਰਾਉਣਾ ਪਊਗਾ। ਫਿਰ ਜਦੋਂ ਬਿਮਾਰੀ ਵੱਧਦੀ ਗਈ, ਆਪਰੇਸ਼ਨ ਕਰਨ ਵਾਸਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹੱਥ ਵਿੱਚ 3.5 ਫੁੱਟ ਦੀ ਸ਼ਮਸ਼ੀਰ ਫੜ ਲਈ। ਬੜਾ ਜ਼ੁਲਮ ਕਰਿਆ ਫਿਰ ਔਰੰਗਜ਼ੇਬ ਨੇ। ਉਹਨੂੰ ਰੋਕਣ ਵਾਸਤੇ ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ 2 ਹਥਿਆਰ ਚੁੱਕੇ। 2, ਇੱਕ ਤਾਂ
ਜਿਹਦੀ ਮੈਂ ਪਹਿਲਾਂ ਅਰਜ ਕਰੀ ਹੈ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਇੱਕ ਤਾਂ ਇਹ ਹਥਿਆਰ ਹੈ ਸਾਡੇ ਕੋਲੇ ਵੀ ਹੈ, ਸਾਰਿਆਂ ਕੋਲ ਜਿੰਨੇ ਆਪਾਂ ਬੈਠੇ ਹਾਂ, ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਕਿਹੜਾ ਸੌਖਾ ਹੈ। ਹੁਣ ਸਿਆਲ ਤੱਕ ਗਿਆ ਜੋ ਉਦੋਂ ਵੀ ਔਖਾ ਹੋ ਜਾਊਗਾ। ਮਹਾਰਾਜ ਜੀ ਕਹਿੰਦੇ ਸਭ ਤੋਂ ਔਖਾ ਹੀ ਅੰਮ੍ਰਿਤ ਵੇਲੇ ਦਾ ਉੱਠਣਾ, ਅੰਮ੍ਰਿਤ ਵੇਲੇ ਦਾ ਜਾਗਣਾ। ਜੇ ਕੋਈ ਜਾਗੈ ਨਿਤ, ਕਹਿੰਦੇ ਇਹ ਨਹੀਂ ਵੀ ਤੂੰ ਅੰਮ੍ਰਿਤ ਵੇਲੇ ਉੱਠ ਖੜਿਆ। ਮਹਾਰਾਜ ਜੀ ਕਹਿੰਦੇ ਅੱਗੇ ਵਿਦਵਾਨ ਲਿਖਦਾ, ਇੱਕ ਵਧੈਂਦੀ ਆਰਜਾ ਦੂਜਾ ਸਾਹਿਬ ਆਵੈ ਚਿੱਤ। ਕਹਿੰਦੇ ਇੱਕ ਤਾਂ ਤੇਰੀ ਆਰਜਾ ਤੋਂ ਭਾਵ ਉਮਰ ਵੱਧਦੀ ਹੈ, ਦੂਜਾ ਪ੍ਰਮਾਤਮਾ ਦਾ ਨਾਂ ਚਿੱਤ ਆਉਂਦਾ। ਮਹਾਰਾਜ ਜੀ ਕਹਿੰਦੇ ਇਹ ਹਥਿਆਰ ਚੁੱਕਣਾ ਬੜਾ ਔਖਾ ਹੈ, ਤੇ ਇਹ ਹਥਿਆਰ ਅੱਜ ਤੁਹਾਡੇ ਸਾਰਿਆਂ ਕੋਲ ਜਿਹੜੇ ਅੰਮ੍ਰਿਤ ਵੇਲੇ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਨਹੀਂ, ਬਹੁਤ ਔਖਾ। ਕਿਵੇਂ? ਕਹਿੰਦੇ ਖਾਲਸਾ ਸੋ ਜੋ ਕਰੈ ਨਿਤ ਜੰਗ, ਖਾਲਸਾ ਸੋ ਜੋ ਚੜ੍ਹੈ ਤੁਰੰਗ। ਤੁਰੰਗ ਨਾਮ ਘੋੜੇ ਦਾ, ਕਹਿੰਦੇ ਮੇਰਾ ਖਾਲਸਾ ਘੋੜੇ ਤੇ ਸਵਾਰੀ ਕਰੂਗਾ ਤੇ ਜੰਗ ਉਹਨੇ ਕਰਨਾ ਕਲਯੁਗ ਦੇ ਨਾਲ। ਤੇ ਤੜਕੇ ਪੱਖਾ ਚੱਲਦਾ ਹੋਵੇ, ਉੱਤੇ ਰਜਾਈ ਲਈ ਹੋਵੇ, ਤੇ ਫਿਰ ਉਹ ਜੇ ਮੜੀ ਜੀ ਵੀ ਹਵਾ ਲੱਗੇ ਨਾ, ਉਸੇ ਵਕਤ ਫੇਰ ਦੱਬ ਲੈਂਦਾ। ਉੱਧਰੋਂ ਜਿਹੜਾ ਉਹ ਸਾਹਮਣੇ ਟਾਈਮ ਪੀਸ ਹੈ ਉਹ ਆਵਾਜ਼ਾਂ ਮਾਰਦਾ, ਮਿੱਤਰਾ ਹੁਣ ਪੈਣ ਦਾ ਸਮਾਂ ਨਹੀਂ, ਉੱਠ। ਹੁਣ ਜਿਹੜਾ ਤਾਂ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਇਆ ਉਹ ਤਾਂ ਭਗਾ ਕੇ ਮਾਰਦਾ, ਸਭ ਗੁਜ਼ਰ ਜਾਈ। ਉਹ ਕਹਿੰਦਾ ਚੱਲ ਚੱਲੀਏ, ਸਮਾਂ ਹੋ ਗਿਆ, ਤੇਰਾ ਨਾਮ ਜਪਣ ਦਾ ਵੇਲਾ ਹੈ। ਤੇ ਜਿਹੜਾ ਨਹੀਂ ਜੰਗ ਕਰ ਸਕਦਾ, ਜਿਹੜਾ ਇਹ ਕਹਿ ਲੋ ਜ਼ਮੀਰ ਕਰਕੇ ਮਰਿਆ ਹੋਇਆ, ਉਹ ਕਹਿੰਦਾ ਪੈ ਜੋ ਯਾਰ ਕੋਈ ਨਹੀਂ, ਕੱਲ ਨੂੰ ਜਾਇਆਵਾਂਗੇ, ਪਰਸੋਂ ਨੂੰ ਜਾਇਆਵਾਂਗੇ। ਉੱਥੇ ਕਈ ਤਾਂ ਬਹੁਤ ਬਿਲੇ ਨੇ ਮੈਨੂੰ, ਉਹ ਕਦੇ ਅੰਮ੍ਰਿਤ ਵੇਲੇ ਉੱਠ ਕੇ ਕਿਹੜਾ ਗਊਆਂ ਪੁੰਨ ਕਰਨੀ ਹੈ। ਮੈਂ ਕਿਹਾ ਦਿਨੇ ਕਿਹੜਾ ਤੂੰ ਕਰਦਾ ਹੀ ਹੈ, ਬੋਲੋ ਸਤਨਾਮ ਵਾਹਿਗੁਰੂ। ਦਿਨੇ ਕਿੰਨੀਆਂ ਕਿ ਗਊਆਂ ਪੁੰਨ ਕਰਦਾ ਜਿਹੜਾ ਤੂੰ। ਪਰ ਚਲੋ ਕਹਿਣ ਤੋਂ ਭਾਵ ਹੈ ਵੀ ਔਖਾ ਜਦੋਂ ਨਾ ਹੱਥ ਪਹੁੰਚੇ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਉਹ ਕਿਸੇ ਦੇ ਘਰ ਦੇ ਵਿੱਚ ਵਿਆਹ ਸੀ, ਕਹਿੰਦੇ ਉਹ ਵਿਆਹ ਦੇ ਵਿੱਚ ਕੋਈ ਮੇਲਣ ਆ ਗਈ ਨੱਚਣ ਵਾਸਤੇ, ਉਹ ਹਰੇਕ ਦੀ ਬਾਂਹ ਫੜ ਕੇ ਗਿਆ, ਤੂੰ ਵੀ ਗੇੜਾ ਦੇ, ਨਹੀਂ ਤੂੰ ਵੀ ਗੇੜਾ ਦੇ, ਤੇ ਉਹ ਆਪ ਨੱਚੇ ਨਾ। ਭਾਈ ਗੁਰਦਾਸ ਜੀ ਕਹਿੰਦੇ ਉਹ ਸਾਰੀਆਂ ਬੀਬੀਆਂ ਕਹਿੰਦੀਆਂ ਵੀ ਇਹ ਆਪਾਂ ਨੂੰ ਬੜਾ ਉਹ ਕਰਦੀ ਆ, ਆਪ ਨੱਚਦੀ ਨਹੀਂ ਹੈ। ਕਹਿੰਦੇ ਉਹਨਾਂ ਨੇ ਸਾਰੀਆਂ ਨੇ ਫੜਿਆ ਬਾਂਹ ਤੋਂ, ਉਹਨੂੰ ਵੀ ਵਿੱਚ ਘੜੀਸ ਲਿਆਂਦਾ, ਚੱਲ ਕਹਿੰਦੇ ਤੂੰ ਵੀ ਨੱਚ, ਸਾਨੂੰ ਸਾਰਿਆਂ ਨੂੰ ਕਹੀ ਜਾਂਦੀ ਹੈ। ਉਹ ਕਹਿੰਦੀ ਹੁਣ ਮੈਂ ਕਿਵੇਂ ਨਿਕਲਾਂ ਇਹਨਾਂ ਦੇ ਵਿੱਚੋਂ, ਨੱਚਣਾ ਆਉਂਦਾ ਨਹੀਂ ਸੀ, ਉੱਠਿਆ ਜਾਂਦਾ ਨਹੀਂ ਅੰਮ੍ਰਿਤ ਵੇਲੇ ਨੁਕਤਾ ਚੀਨੀ ਕਰਨ ਵਾਸਤੇ। ਉਹ ਕਹਿੰਦੀ ਮੈਂ ਨੱਚ ਤਾਂ ਲੈਂਦੀ, ਤੁਹਾਡਾ ਬੇੜਾ ਹੀ ਤੰਗ ਹੈ, ਬੋਲੋ ਸਤਨਾਮ ਵਾਹਿਗੁਰੂ। ਕਹਿੰਦੀ ਨੱਚ ਨੱਚ ਕੇ ਤਾਂ ਮੈਂ ਧਰਤੀ ਪੱਟ ਦਿੰਦੀ, ਤੁਹਾਡਾ ਬੇੜਾ ਬਹੁਤਾ ਤੰਗ ਹੈ। ਭਾਵ ਨਿਕਲਣੇ ਸੀ ਕਿਸੇ ਲੋਟ। ਅੱਜ ਮਨਮੁਖ ਬੰਦੇ ਨੇ ਨਿਕਲਣਾ ਹੀ ਕਿਸੇ ਨਾ ਕਿਸੇ ਲੋਟ। ਤੇ ਫਿਰ ਉਹ ਕਹਿੰਦਾ ਲੈ ਉੱਥੇ ਬਾਝ ਤਾਂ ਸੁਣੀ ਜਾਂਦੀ ਸਾਡੇ ਕੋਲੇ। ਮਰਜੀ ਕਹਿੰਦੇ ਇੱਥੇ ਆਉਣ ਨਾ ਬਹੁਤੇ ਲਾਏ ਪ੍ਰਾਪਤ ਹੁੰਦੇ ਨੇ। ਦੇਖੋ ਪਹਿਲਾਂ ਤਾਂ ਅੰਮ੍ਰਿਤ ਵੇਲੇ ਨਹਾਤੇ, ਸਰੀਰ ਦੀ ਮੈਲ ਲਾਹੀ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਅੱਧਾ ਬਿਮਾਰੀ ਤਾਂ ਮਰਜੀ ਕਹਿੰਦੇ ਇਸ਼ਨਾਨ ਕਰਨ ਦੇ ਨਾਲ ਝੜ ਗਈ ਤੇਰੀ। ਫਿਰ ਮਨ ਤਨ ਭਏ ਅਰੋਗਾ, ਰੋਗਾਂ ਤੋਂ ਰਹਿਤ ਹੋ ਗਿਆ, ਤਨ ਤੇ ਮਨ, ਸਰੀਰ ਤੇ ਮਨ। ਮਰਜੀ ਕਹਿੰਦੇ ਅੱਧੇ ਦੁੱਖ ਤਾਂ ਝੜ ਗਏ। ਫੇਰ ਅੱਗੇ ਪਾਵ ਸੁਹਾਵੇ ਜਾ ਤੋ ਤਿਰ ਜੁਲਦੇ, ਸੀਸ ਸੁਹਾਵਾ ਚਰਣੀ। ਕਹਿੰਦੇ ਤੇਰੇ ਪੈਰ ਸਫਲੇ ਹੋ ਗਏ ਜਦੋਂ ਚੱਲ ਕੇ ਗੁਰੂ ਦੇ ਚਰਨਾਂ ਵਿੱਚ ਆ ਗਿਆ। ਸੀਸ ਸੁਹਾਵਾ ਚਰਣੀ, ਕਹਿੰਦੇ ਸੀਸ ਜਦੋਂ ਆ ਕੇ ਸੋਹਣਾ ਲੱਗਦਾ ਤਾਂ ਜੇ ਮਹਾਰਾਜ ਦੇ ਚਰਨਾਂ ਦੇ ਵਿੱਚ ਝੁਕਦਾ। ਫਿਰ ਅੱਖਾਂ ਨਾਲ ਗੁਰੂ ਜੀ ਦੇ ਦਰਸ਼ਨ ਕੀਤੇ, ਗੁਰੂ ਦੀ ਸੰਗਤ ਦੇ ਦਰਸ਼ਨ ਕੀਤੇ, ਅੱਖਾਂ ਸਫਲ ਹੋ ਗਈਆਂ। ਜ਼ੁਬਾਨ ਨਾਲ ਬੋਲੇ ਸ਼ਬਦ ਦੇ ਵਿੱਚ ਜ਼ੁਬਾਨ ਸਫਲ ਹੋ ਗਈ। ਕੰਨਾਂ ਦੇ ਨਾਲ ਬਾਣੀ ਸੁਣੀ, ਕੰਨ ਸਫਲੇ ਹੋ ਗਏ। ਤੇ ਜਾਂਦੇ ਜਾਂਦੇ ਜੇ ਕਿਤੇ ਥੋੜੀ ਬਹੁਤੀ ਸੇਵਾ ਮਿਲ ਜੇ, ਮਹਾਰਾਜ ਜੀ ਕਹਿਣ ਲੱਗੇ ਫਿਰ ਤੇਰੇ ਹੱਥ ਵੀ ਸਫਲੇ ਹੋ ਜਾਂਦੇ ਹਨ। ਇਸ ਕਰਕੇ ਬਹੁਤਾ ਲਾਹ ਹੈ, ਪਰ ਉਹ ਫਿਰ ਆਪੋ ਆਪਣੀਆਂ ਚਲੋ ਮਨ ਘੜਤ ਗੱਲਾਂ ਜਿਹੜੀਆਂ ਉਹ ਬਣਾਉਂਦੇ ਨੇ, ਉਹਨਾਂ ਦੀ ਮੌਜ ਆਪਾਂ ਨੇ ਇਸ ਤੋਂ। ਪਰ ਚੌਂਕੀਦਾਰ ਦਾ ਫਰਜ਼ ਹੁੰਦਾ ਹੈ ਵੀ ਉੱਠ ਖੜੋ, ਜਾਗ ਪੋ, ਤੁਹਾਡਾ ਜਾਗਣ ਦਾ ਵੇਲਾ ਹੈ। ਹੁਣ ਜਿਹੜਾ ਤਾਂ ਜਾਗ ਪਿਆ ਉਹਨੇ ਤਾਂ ਲਾ ਲਿਆ 36 ਸਾਲ ਦਾ ਚੌਂਕੜਾ, ਜਿਹੜਾ ਜਾਗੇ ਹੀ ਨਹੀਂ ਹੈ ਉਹਨੇ ਫਿਰ ਕੀ ਚੌਂਕੜਾ ਲਾਉਣਾ। ਮੈਂ ਅਰਜ਼ ਕਰ ਰਿਹਾ ਸਾਡੇ ਕੋਲ ਇੱਕ ਹਥਿਆਰ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਕਲਯੁਗ ਨਾਲ ਲੜ ਕੇ, ਕਲਯੁਗ ਦੇ ਨਾਲ ਘੋਰ ਯੁੱਧ ਕਰਕੇ, ਜੁੱਤਮ ਜੁੱਤੀ ਹੋ ਕੇ, ਉਹਦੇ ਡਾਂਗਾ ਲਾ ਕੇ ਫਿਰ ਅਸੀਂ ਤਕੜੇ ਹੋ ਕੇ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਬੈਠਦੇ ਹਾਂ। ਇਹ ਇੱਕ ਜੰਗ ਹੈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੋਲੇ ਦੋਨੋਂ ਹੀ ਹਥਿਆਰ ਸੀ, ਇੱਕ ਨਾਮ ਦਾ
ਤੇ ਦੂਸਰਾ ਫਿਰ ਤਲਵਾਰ ਵੀ ਮਹਾਰਾਜ ਦੇ ਹੱਥ ਦੇ ਵਿੱਚ ਹੀ। ਦੇਖਿਆ ਜਿੱਥੇ ਜਿੱਥੇ ਕੋਈ ਅਗੀ ਪਾਪੀ ਹੈ, ਜੰਗ ਕਰਨਾ ਕੋਈ ਸ਼ੌਂਕ ਨਹੀਂ ਸੀ ਮਹਾਰਾਜ ਦਾ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜੰਗ ਕਰਨਾ ਕੋਈ ਸ਼ੌਂਕ ਨਹੀਂ ਸੀ ਵੀ ਸ਼ੌਂਕ ਨਾਲ ਜੰਗ ਕਰਦੇ ਨੇ। ਜਿਹੜੇ ਮੁਗਲ ਆ ਕੇ ਅਤਿਆਚਾਰ ਕਰਦੇ ਸੀ ਉਹਨਾਂ ਨੂੰ ਸਮਝਾਉਣ ਵਾਸਤੇ ਫਿਰ ਉਸ ਮਹਾਰਾਜ ਨੇ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਲਵਾਰ ਉਠਾ ਲਈ। ਡਾਕਟਰ ਨੇ ਦੇਖਿਆ ਮਰੀਜ਼ ਦੇ ਪੇਟ ਵਿੱਚ ਜਿਹੜਾ ਇਹ ਦੁੱਖ ਵੱਧਦਾ ਜਾਂਦਾ, ਇਹਨੂੰ ਕਿਵੇਂ ਕਰੀਏ। 2-3 ਡਾਕਟਰਾਂ ਨੇ ਫਿਰ ਰਾਏ ਕਰੀ ਇਕੱਠੇ ਹੋ ਕੇ, ਇਹਦਾ ਆਪਰੇਸ਼ਨ ਕਰ ਦਿਓ, ਇਹਦੋਂ ਅੱਗੇ ਦੁੱਖ ਵਧੇ ਨਾ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੱਗੇ ਦੁੱਖ ਵਧੇ ਨਾ। ਉਹ ਕਹਿੰਦੇ ਫਿਰ ਇਸ ਤਰ੍ਹਾਂ ਗੋਲੀਆਂ ਵੱਟੀਆਂ ਨਾਲ ਨਹੀਂ ਹੁਣ ਠੀਕ ਆਉਂਦਾ, ਸ਼ੀਸ਼ੀਆਂ ਨਾਲ ਨਹੀਂ ਲੋਟ ਆਉਂਦਾ, ਗਲੂਕੋਸ ਨਾਲ ਲੋਟ ਨਹੀਂ ਆਉਂਦਾ। ਕਹਿੰਦੇ ਫਿਰ ਹੁਣ ਛੁਰੀ ਚੱਕਣੀ ਪਊਗੀ। ਫਿਰ ਤਲਵਾਰ ਉਠਾ ਲਈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ। ਫਿਰ ਕਿੰਨੇ 14 ਜੰਗ ਲੜੇ, 14 ਜੰਗ। 4 ਕਲਗੀਧਰ ਗੁਰੂ ਹਰਗੋਬਿੰਦ ਮਹਾਰਾਜ ਦੇ 18 ਜੰਗ ਗੁਰੂ ਘਰ ਦੇ ਵਿੱਚ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ। ਪਰ ਪਹਿਲਾਂ ਵਾਰ ਨਹੀਂ ਕਿਸੇ ਤੇ ਕੀਤਾ। ਜੇ ਕਿਸੇ ਨੇ ਜੇ ਕੋਈ ਚੜ ਕੇ ਆਇਆ ਤੇ ਫਿਰ ਉਹਨੂੰ ਜਵਾਬ ਦੇ ਦਿੱਤਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ। ਇਸ ਕਰਕੇ ਜਿਵੇਂ ਜਿਵੇਂ ਬਿਮਾਰੀ ਵੱਧਦੀ ਗਈ, ਫਿਰ ਜਦੋਂ ਉਦੋਂ ਜਬ ਹੋਏ ਧਰਮ ਗਲਾਨੀ, ਕਹਿੰਦੇ ਲੋਕ ਧਰਮ ਤੋਂ ਗਲਾਨੀ ਕਰਨ ਲੱਗ ਪਏ, ਧਰਮ ਤੋਂ ਦੂਰ ਹੋ ਗਏ ਲੋਕ। ਤੇ ਫਿਰ ਆ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਹਿੰਦੇ ਫਿਰ ਇੰਨਾ ਕੁ ਦੁੱਖ ਝੱਲਣਾ ਪਿਆ, ਫਿਰ 26 ਮੈਂਬਰ ਪਰਿਵਾਰ ਦੇ ਸ਼ਹੀਦ ਕਰਵਾ ਦਿੱਤੇ। 26 ਮੈਂਬਰ। ਤੇ ਅੱਜ ਤਾਂ ਹੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਝੰਡੇ ਝੂਲਦੇ ਨੇ ਪਿਆਰੇ। ਕੁਝ ਕਰਨਾ ਪੈਂਦਾ, ਸੇਵਾ ਦੇਸ਼ ਦੀ ਜ਼ਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ। ਢੇਰ ਸੁਖੱਲੀਆਂ ਨੇ ਗੱਲਾਂ ਕਰ ਕਰਕੇ ਦਾ ਪੁਲ ਬੰਨ ਦੂ ਅਗਲਾ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਏ ਉਹਨਾਂ ਲੱਖ ਮੁਸੀਬਤਾਂ ਝੱਲੀਆਂ। ਅੱਜ ਗੁਰੂ ਦੇ ਇਤਿਹਾਸਕ ਸਥਾਨ ਬਣੇ ਹੋਏ ਨੇ। ਪੜਨ ਦੇ ਨਾਲ ਉਸ ਸਥਾਨ ਨੂੰ ਜਾ ਕੇ ਪੁੱਛੋ, ਉੱਥੋਂ ਬਾਜ਼ ਆਊਗੀ ਵੀ ਆ ਜਿਹੜੇ ਅੱਗੇ ਪੋਹ ਦੇ ਰਾਤਾਂ ਆ ਰਹੀਆਂ, ਪੋਹ ਦੇ ਦਿਨ ਆ ਰਿਹਾ, ਪੋਹ ਦਾ ਮਹੀਨਾ ਆ ਰਿਹਾ, ਉਹ ਰਾਤਾਂ ਤੁਹਾਨੂੰ ਬੋਲ ਬੋਲ ਕੇ ਦੱਸਣਗੀਆਂ ਵੀ ਅੱਜ ਦੀ ਰਾਤ ਮਹਾਰਾਜ ਕਿੱਥੇ ਸੀ, ਅੱਜ ਦੀ ਰਾਤ ਕਿੱਥੇ ਸੀ। ਇਸ ਕਰਕੇ ਇੰਨੇ ਦੁੱਖ ਝੱਲ ਕੇ ਬੁੱਲਿਆ, ਫਿਰ ਢਾਕ ਮਹਿਬੂਬ ਦੀ ਆਏ। ਐਵੇਂ ਨਹੀਂ ਗੱਲ ਬਣਦੀ ਹੈ, ਕੁਝ ਨਾ ਕੋਈ ਕਮਾਈ ਕਰਨੀ ਪੈਂਦੀ ਹੈ। ਫਿਰ ਜੇਬ ਵਿੱਚ ਪੈਸੇ, ਹੁਣ ਤੁਸੀਂ ਵਿਹਲੇ ਮੰਜੇ ਤੇ ਪਏ ਰਹੋ, ਚਲੋ ਉਦਾਹਰਨ ਲੈ ਲਓ, ਘਰ ਵਿੱਚ ਰੋਟੀ ਖਾ ਲਓ, ਵਿਹਲੇ ਪਏ ਰਹੋ ਮੰਜੇ ਤੇ, ਸਾਰਾ ਦਿਨ ਮੰਜਾ ਤੋੜੀ ਚੱਲੋ, ਪਾਸੇ ਮਾਰੀ ਜਾਓ ਮੰਜੇ ਤੇ ਬੈਠੇ। ਸ਼ਾਮ ਨੂੰ ਉੱਠ ਕੇ ਤੁਸੀਂ ਜੇਬ ਵਿੱਚ ਨਿਗਾਹ ਮਾਰ ਕੇ ਦੇਖਿਓ, ਉਹ ਪੁੱਛਣਗੇ ਘਰ ਦੇ ਵੀ ਜੇਬ ਵਿੱਚ ਨਿਗਾਹ ਮਾਰਦਾ, ਕਹਿੰਦਾ ਮੈਂ ਦੇਖਦਾ ਸੀ ਵੀ 4 ਪੈਸੇ ਆਏ ਕਿਸੇ ਪਾਸੇ। ਉਹ ਕਹਿੰਦੇ ਇਸ ਤਰ੍ਹਾਂ ਨਹੀਂ ਆਉਂਦੇ, ਤੈਨੂੰ ਮਿਹਨਤ ਕਰਨੀ ਪਊ, ਕਿਸੇ ਪਾਸੇ ਜਾਣਾ ਪਊਗਾ, ਫਿਰ ਤੇਰੇ ਕੋਲ 4 ਪੈਸੇ ਆਉਣਗੇ। ਇਸੇ ਤਰ੍ਹਾਂ ਹੀ ਪਰਮਾਤਮਾ ਦਾ ਨਾਮ ਜਪਣ ਵਾਸਤੇ ਵੀ ਮਿਹਨਤ ਦੀ ਲੋੜ ਹੈ। ਜਦੋਂ ਅਸੀਂ ਮਿਹਨਤ ਕਰਾਂਗੇ ਫਿਰ ਜ਼ਰੂਰ ਪਰਮਾਤਮਾ ਇੱਕ ਨਾ ਇੱਕ ਦਿਨ ਜ਼ਰੂਰ ਬਾਂਹ ਫੜ ਲੈਂਦਾ ਹੈ। ਹੁਣ ਬਾਬਾ ਫਰੀਦ 36 ਸਾਲ ਦੀ ਬੰਦਗੀ ਕਰਕੇ ਆ ਗਿਆ ਘਰ। ਆ ਕੇ ਦੇਖਿਆ ਅੱਜ ਨਾ ਮਾਂ ਹੈ ਨਾ ਪਿਤਾ, ਦੋਨੋਂ ਵਿਸਤਾਂ ਨੂੰ ਚਲੇ ਗਏ। ਬੰਦਗੀ ਜ਼ਰੂਰ ਕਰੀ ਬਾਬੇ ਫਰੀਦ ਨੇ, ਤੇ ਬੰਦਗੀ ਕਰਕੇ ਫਿਰ ਦੇਖੋ ਪਰਖ 3 ਵਾਰੀ ਹੋਈ। ਬਾਬੇ ਫਰੀਦ ਦੀ 12 ਸਾਲ ਪਹਿਲਾਂ ਜਦੋਂ, ਫਿਰ 24 ਸਾਲਾਂ ਬਾਅਦ ਫਿਰ ਪਰਖ ਹੋਈ, ਫਿਰ 36 ਸਾਲਾਂ ਬਾਅਦ ਫਿਰ ਪਰਖ ਕਰਕੇ ਦੇਖੀ ਗੁਰੂ ਨੇ। ਫਿਰ ਗੁਰੂ ਨੇ ਇੰਨੀ ਕੁ ਪਰਖ ਕਰਕੇ ਦੇਖੀ, ਬਾਬੇ ਫਰੀਦ ਦੀ ਅੱਖ ਵੀ ਕੱਢ ਦਿੱਤੀ। ਬੇਸਵਾ ਕਹਿੰਦੀ ਲਿਆ ਅੱਖ ਦਾ ਡੇਲਾ, ਤੈਨੂੰ ਦੇ ਦਿੰਨੀ ਹੈ, ਅੱਗ ਦੇ ਦਿੰਨੀ ਹੈ। ਛੁਰੀ ਮਾਰੀ, ਅੱਖ ਕੱਢ ਕੇ ਹੱਥ ਉੱਤੇ ਰੱਖ ਦਿੱਤੀ। ਬੇਸਵਾ ਗਸ ਖਾ ਕੇ ਡਿੱਗ ਪਿਆ। ਉਹ ਫਰੀਦਾ, ਉਹ ਇੰਨੀ ਮਹਿੰਗੀ ਅੱਖ ਉਹੀ ਮਾਰੀ ਕੱਢ ਕੇ। ਕਹਿੰਦਾ ਮੇਰੇ ਗੁਰੂ ਦੀ ਸੇਵਾ ਦੇ ਬਦਲੇ ਹੈ, ਮੈਂ ਗੁਰੂ ਦੀ ਖੁਸ਼ੀ ਲੈਣੀ। ਅੱਖ ਤਾਂ ਫੇਰ ਅਗਲੇ ਜਨਮ ਚ ਆ ਜੂਗੀ, ਹੁਣ ਨਹੀਂ ਮਿਲੀ, ਅਗਲੇ ਜਨਮ ਵਿੱਚ ਆ ਜੂਗੀ। ਮੇਰਾ ਗੁਰੂ ਪੂਰੀ ਸਿਫਤ ਵਾਲਾ, ਤੇਰੀਆਂ ਮੱਤਾਂ ਰੱਬ ਕਿਉਂ ਮਾਰੀਆਂ ਨੇ। ਜੇ ਆਪਣੇ ਗੁਰੂ ਤੇ ਇੰਨਾ ਭਰੋਸਾ, ਇੰਨਾ ਵਿਸ਼ਵਾਸ ਹੋ ਜਾਵੇ ਵੀ ਮੇਰੇ ਗੁਰੂ ਨੇ ਕਰਨਾ, ਜਾ ਰਹੀ ਜਿਹੜਾ ਕੁਝ ਕਰਨਾ, ਮੈਂ ਕੌਣ ਹੈ। ਤੇ ਆ ਕੇ ਇਸ਼ਨਾਨ ਕਰਾਇਆ ਗਰਮ ਜਲ ਨਾਲ, ਧੁੱਪ ਨਿਕਲੀ, ਫਰੀਦ ਪਿੱਛੇ ਖੜ ਗਿਆ। ਗੁਰੂ ਜੀ ਨੇ ਕਿਹਾ ਫਰੀਦਾ ਓਏ ਅੱਖ ਪੱਟੀ ਬੰਨੀ ਫਿਰਦਾ? ਕਹਿੰਦਾ ਜੀ ਆਈ ਹੋਈ ਹੈ। ਕਹਿੰਦੇ ਆਈ ਹੈ ਤਾਂ ਫਿਰ ਖੋਲ ਦੇ। ਆ ਗਈ ਅੱਖ, ਆ ਗਈ, ਪਰ ਪਹਿਲਾਂ ਨਾਲੋਂ ਥੋੜੀ ਜਿਹੀ ਛੋਟੀ ਹੈ। ਪਰਮਾਤਮਾ ਦੀ ਬਰਾਬਰੀ ਨਹੀਂ ਕਰੀ। ਇਹ ਕੌਣ ਕਰ ਸਕਦਾ ਸੀ? ਅੱਜ ਨਹੀਂ ਇਹ ਕੁਝ ਕਰ ਸਕਦੇ।
ਬਾਬੇ ਫਰੀਦ ਦੇ ਗੁਰੂ ਨੇ ਕਰਤੀ ਕਦੋਂ? ਜਦੋਂ 36 ਸਾਲ ਲਗਾਤਾਰ ਘਰ-ਬਾਰ ਛੱਡ ਦਿੱਤਾ, ਜੰਗਲਾਂ ਵਿੱਚ ਬੈਠਾ ਰਿਹਾ। ਦੇਖੋ ਫੇਰ ਕਿਤੇ ਜਾ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਅੱਜ ਤਾਂ ਮੈਨੂੰ ਕਹਿੰਦੇ ਵੀ ਚਲੋ ਅਰਦਾਸ, ਜਦੋਂ ਮਾੜਾ ਜਿਹਾ ਕੋਈ ਕੰਮ ਜੜ ਗਿਆ, ਚਲੋ ਗੁਰਦੁਆਰੇ ਅਰਦਾਸ ਹੀ ਕਰਾ ਕੇ ਦੇਖ ਲੈਂਦੇ ਹਾਂ ਜੇ ਉੱਥੇ ਮਾੜਾ ਮੋਟਾ ਕੋਈ ਗੱਲ ਬਣ ਗਈ। ਪਰ ਨਹੀਂ, ਜਿਵੇਂ ਉਹ ਸੁਣਾਉਂਦੇ ਹੁੰਦੇ, ਕਹਿੰਦੇ ਮੀਂਹ ਨਾ ਪਿਆ ਉੜ ਲੱਗ ਗਈ, ਕਹਿੰਦੇ ਉਹ ਕਿਸੇ ਸੰਤ ਨੇ ਕਿਹਾ ਭਾਈ ਇਉਂ ਕਰੋ ਅਰਦਾਸ ਹੀ ਕਰ ਦਿਓ ਤੁਸੀਂ ਇਕੱਠੇ ਹੋ ਕੇ। ਚਲੋ ਕਹਿੰਦੇ ਵੀ ਸਾਂਝੀ ਜਗ੍ਹਾ ਤੇ ਅਰਦਾਸ ਕਰਦੇ, ਸਾਂਝੀ ਜਗ੍ਹਾ ਤੇ। ਚਲੋ ਉਸ ਵਕਤ ਕੋਈ ਧਰਮਸ਼ਾਲਾ ਜਾਂ ਉੱਚੀ ਜਗ੍ਹਾ ਤੇ ਖੜ ਕੇ ਸਾਰੇ ਅਰਦਾਸ ਕਰਨ ਵਾਸਤੇ ਭੱਜੇ ਜਾਂਦੇ ਨੇ ਪਿੰਡ ਦੇ ਸਾਰੇ। ਜਦੋਂ ਸਾਰੇ ਬੱਚੇ ਬੱਚੀਆਂ ਬਜ਼ੁਰਗ ਮਾਤਾ ਸਾਰੇ ਭੱਜੇ ਜਾਂਦੇ ਨੇ ਤੇ ਇੱਕ ਬਜ਼ੁਰਗ ਜਿਹਾ ਬੈਠਾ ਇੱਕ ਪਾਸੇ, ਉਹ ਕਹਿੰਦਾ ਉਹ ਕਿੱਧਰ ਚੱਲੇ ਹੋ? ਕਹਿੰਦੇ ਅਰਦਾਸ ਕਰਨ ਚੱਲੇ। ਕਾਹਦੇ ਵਾਸਤੇ? ਕਹਿੰਦੇ ਮੀਂਹ ਨਹੀਂ ਪੈਂਦਾ। ਉਹ ਕਹਿੰਦਾ ਓਏ ਗੱਲ ਤਾਂ ਸੁਣੋ, ਨਾ ਕੋਈ ਤੁਹਾਡੇ ਕੋਲੇ ਕੋਈ ਛਤਰੀ ਹੈ, ਨਾ ਕੋਈ ਕੰਬਲ ਮੋਟਾ ਹੈ, ਨਾ ਕੋਈ ਕੱਪੜਾ ਹੈ ਤੁਹਾਡੇ ਕੋਲੇ। ਜਦੋਂ ਤੁਸੀਂ ਅਰਦਾਸ ਕਰੀ ਰੱਬ ਨੇ ਮੀਂਹ ਪਾ ਦੇਣਾ, ਤੁਸੀਂ ਭਿੱਜ ਜਾਓਗੇ। ਵਿੱਚ 5-4 ਮੇਰੇ ਵਰਗੇ ਜਾਂਦੇ ਸੀ ਪਿੱਛੇ ਰੋਟੀਆਂ ਜੀਆਂ ਖਾਣ ਵਾਲੇ, ਕਦੇ ਖਬਰਾ ਪਊਗਾ ਕਿ ਨਹੀਂ ਪਊਗਾ। ਉਹ ਕਹਿੰਦਾ ਮੁੜਿਆਓ, ਫੇਰ ਨਹੀਂ ਪੈਂਦਾ। ਬੋਲੋ ਸਤਨਾਮ ਵਾਹਿਗੁਰੂ। ਜਦੋਂ ਤੁਹਾਡੇ ਮਨ ਵਿੱਚ ਹੀ ਹਜੇ ਆਇਆ ਵੀ ਪਤਾ ਨਹੀਂ ਪਊਗਾ, ਪਤਾ ਨਹੀਂ, ਕਹਿੰਦੇ ਫਿਰ ਮੁੜਿਓ, ਫਿਰ ਕਾਹਨੂੰ ਟਾਈਮ ਵੇਸਟ ਕਰਦੇ ਹੋ, ਚਲੋ ਆਪਣੇ ਘਰਾਂ ਨੂੰ। ਕਹਿੰਦੇ ਜਦੋਂ ਤੁਹਾਡੀ ਸ਼ਰਧਾ ਹੀ ਨਹੀਂ ਵੱਜੀ, ਜਦੋਂ ਪਰਮਾਤਮਾ ਦੇ ਉੱਤੇ ਸ਼ਰਧਾ ਵੱਜ ਜਾਵੇ, ਫਿਰ ਉਹ ਪਰਮਾਤਮਾ ਦੇ ਘਰ ਦੇ ਵਿੱਚ ਤੇ ਇੱਕ ਛੇਨੀ ਲੱਗਦਾ, ਫਿਰ 1 ਮਿੰਟ ਲੱਗਦਾ ਹੈ। ਜਦੋਂ ਆਪਣੇ ਪਿਤਾ ਉੱਤੇ ਇੰਨੀ ਕੁ ਸ਼ਰਧਾ ਹੋਵੇ ਮਨੁੱਖ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਤੇ, ਮਹਾਰਾਜ ਜੀ ਕਹਿੰਦੇ ਮੈਂ ਚਲਿਆ ਜਾਂਦਾ। ਮੈਂ ਬਾਜਾਂ ਵਾਲੇ ਦੀ ਗੱਲ ਕਰਕੇ ਬਸ ਇੱਥੇ ਸਮਾਪਤੀ ਕਰਦਾ। ਕਹਿੰਦੇ ਚਲਿਆ ਜਾਂਦਾ, ਕੀ ਕਰਾਂ? ਕਹਿੰਦੇ ਖਾਲਸਾ ਧਰਮ ਪੈਦਾ ਕਰ ਦੇ। ਕਿਹੋ ਜਿਹਾ ਹੋਵੇ? ਫਿਰ ਸਾਹਮਣੇ ਐ ਪੂਰਾ ਬਾਣਾ ਪਾਇਆ ਹੋਇਆ, ਉਹ ਜਿਹੜੀ ਚਿਹਰਾ ਸੀ ਆਪਣੇ ਅੰਦਰ ਵਸਾ ਲਿਆ ਬਾਜਾਂ ਵਾਲੇ ਨੇ। ਕਹਿੰਦੇ ਵੀ ਇਹੋ ਜਿਹਾ ਇੱਕ ਵੱਖਰਾ ਜਿਹਾ ਖਾਲਸਾ ਹੋਵੇ, ਵੱਖਰੀ ਕੌਮ ਹੋਵੇ। ਕਹਿੰਦੇ ਜੀ ਠੀਕ ਹੈ, ਹੁਣ ਕੀ ਕਰਾਂ? ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ ਫਰਮਾਨ ਕਰਿਆ, ਕਹਿੰਦੇ ਠਾੜ ਭਇਓ ਮੈਂ ਜੋਰ ਕਰ। ਠਾੜ ਨਾਮ ਮੈਂ ਸ਼ਬਦ ਖੜ ਕੇ, ਜੋਰ ਕਹਿੰਦੇ ਹੱਥ ਜੋੜ ਕੇ ਦੋਨੋਂ। ਠਾੜ ਭਇਓ ਮੈਂ ਜੋਰ ਕਰ, ਦੋ ਹੀ ਅਰਥ ਨੇ ਵਿਦਵਾਨਾਂ ਦੇ। ਇੱਕ ਗੱਲ ਆਪਾਂ ਜੋਰ ਨਾਲ ਕਹਿੰਦੇ ਵੀ ਆਹ ਗੱਲ ਕਰਕੇ ਦੇ ਮੇਰੀ, ਤੇ ਦੂਸਰਾ ਵਿਦਵਾਨ ਨੇ ਅਰਥ ਕਰਿਆ ਵੀ ਹੱਥ ਜੋੜ ਕੇ। ਕਹਿੰਦੇ ਕੀ ਕਰਾਂ? ਠਾੜ ਭਇਓ ਮੈਂ ਜੋਰ ਕਰ, ਵਚਨ ਕਹਾਂ ਸਿਰ ਨਿਆਏ। ਸਿਰ ਨੀਵਾ ਕਰਕੇ ਬਚਨ ਕਰਿਆ ਸੱਚੇ ਪਾਤਸ਼ਾਹ, ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਕਹਿੰਦੇ ਸੱਚੇ ਪਾਤਸ਼ਾਹ ਪੰਥ ਤਾਂ ਚੱਲ ਸਕਦਾ ਜੇ ਤੂੰ ਮੇਰੀ ਸਹਾਇਤਾ ਕਰੇ। ਸੱਚੇ ਪਾਤਸ਼ਾਹ ਮੇਰਾ ਕੰਮ ਤਾਂ ਸਬਰ ਸਕਦਾ ਜੇ ਤੂੰ ਸਹਾਇਤਾ ਕਰੇ ਮੇਰੀ, ਜੇ ਤੂੰ ਮੇਰੇ ਸਿਰ ਤੇ ਮਿਹਰ ਭਰੇ ਹੱਥ ਰੱਖੇ। ਤੇ ਫਿਰ ਇਹ ਗੁਰੂ ਜੀ ਕਿਰਪਾ ਕਰਦੇ ਹਨ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਹ ਆਪਣੀ ਪਾਵਨ ਬਾਣੀ 10ਵੇਂ ਗ੍ਰੰਥ ਸਾਹਿਬ ਦੀ ਵਿੱਚ ਵਰਣਨ ਕਰਿਆ, ਰਹਿ ਰਾਦੇ ਵੀ ਬੋਲ ਲੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜੇ ਤੂੰ ਕਰੇਗਾ ਸਹਾਇਤਾ ਮੇਰਾ ਮਾਲਕਾ, ਆਇਓ ਚੱਲੂ ਪੰਥ ਜਗ ਤੇ। ਜੇ ਤੂੰ ਕਰੇਗਾ ਸਹਾਇਤਾ ਮੇਰਾ ਮਾਲਕਾ, ਆਇਓ ਚੱਲੂ ਪੰਥ ਜਗ ਤੇ। ਤੂੰ ਕਰੇਗਾ ਸਹਾਇਤਾ ਮੇਰਾ ਮਾਲਕਾ, ਆਇਓ ਚੱਲੂ ਪੰਥ ਜਗ ਤੇ। ਉਹ ਜੇ ਤੂੰ ਕਰੇਗਾ ਸਹਾਇਤਾ ਮੇਰਾ ਮਾਲਕਾ, ਆਇਓ ਚੱਲੂ ਪੰਥ ਜਗ ਤੇ। ਜੇ ਤੂੰ ਕਰੇਗਾ ਸਹਾਇਤਾ ਮੇਰਾ ਮਾਲਕਾ, ਆਇਓ ਚੱਲੂ ਪੰਥ ਜਗ ਤੇ। ਤੂੰ ਕਰੇਗਾ ਸਹਾਇਤਾ ਮੇਰਾ ਮਾਲਕਾ, ਆਇਓ ਚੱਲੂ ਪੰਥ ਜਗ ਤੇ। ਤੂੰ ਕਰੇਗਾ ਸਹਾਇਤਾ ਮੇਰਾ ਮਾਲਕਾ, ਤਾਈਓ ਚੱਲੂ ਪੰਥ ਜਗ ਤੇ। ਜੇ ਤੂੰ ਕਰੇਗਾ ਸਹਾਇਤਾ ਮੇਰਾ ਮਾਲਕਾ, ਤਾਈਓ ਚੱਲੂ ਪੰਥ ਜਗ ਤੇ। ਜੇ ਤੂੰ ਕਰੇਗਾ ਸਹਾਇਤਾ ਮੇਰਾ ਮਾਲਕਾ, ਤਾਈਓ ਚੱਲੂ ਪੰਥ ਜਗ ਤੇ।
ਤਾਈਓ ਚੱਲੂ ਪੰਥ ਜਗ ਤੇ ਜੇ ਤੂੰ ਕਰੇਗਾ ਸਹਾਇਤਾ ਮੇਰੇ ਮਾਲਕਾ ਤਾਈਂ ਚੱਲੂ ਪੰਥ ਜਗ ਤੇ ਜੇ ਤੂੰ ਕਰੇਗਾ ਸਹਾਇਤਾ ਮੇਰੇ ਮਾਲਕਾ ਤਾਈਂ ਚੱਲੂ ਪੰਥ ਜਗ ਤੇ फाड़ पे मैं जोर करो बचन का सिरनाए पंथ चले तब जगत में तुम करो सहाय आओ सतगुरु जी अपार किरपा करन बख्शिश करन इसे तरह मेहर दा साडे सिर ते हथ रखन अंमृत वेले जागरता दी दात मेरा मालिक देवे ਤੇ ਅੰਮ੍ਰਿਤ ਵੇਲੇ ਜਾਗ ਤਾਂ ਮਨੁੱਖ ਪੈਂਦਾ ਬਹੁਤ ਨੇ ਐਸੇ ਜਿਹੜੇ ਜਾਗ ਪੈਂਦੇ ਨੇ ਪਰ ਇਹ ਕਰੀਏ ਅਰਦਾਸ ਮਹਾਰਾਜ ਉੱਠਣ ਦੀ ਸਮਰੱਥਾ ਦੇ ਦੇ ਸੱਚੇ ਪਾਤਸ਼ਾਹ ਮੈਂ ਸ਼ਾਇਦ ਤੁਹਾਡੇ ਚਰਨਾਂ ਵਿੱਚ ਪਹਿਲਾਂ ਵੀ ਅਰਜ਼ ਕਰੀ ਹੈ ਸੰਗਰੂਰ ਦੇ ਨਾਲ ਬਾਲੀਆਂ ਪਿੰਡ ਹੈ ਬਾਲੀਆਂ ਦੇ ਨਾਲ ਭਿੰਡਰਾਂ ਪਿੰਡ ਹੈ ਘਾਵਦਾਂ ਭਿੰਡਰਾਂ ਇਹ ਨੇੜੇ ਨੇੜੇ ਪਿੰਡ ਪੈ ਜਾਂਦੇ ਨੇ ਸੰਗਰੂਰ ਦੇ ਨਾਲ ਉੱਥੇ ਇੱਕ ਸਾਡੇ ਮਹਾਂਪੁਰਖ ਹੁੰਦੇ ਬਾਬਾ ਬਲਜੀਤ ਸਿੰਘ ਜੀ ਪਰ ਉਹਨਾਂ ਨੂੰ ਸ਼ੁੱਧ ਪਰਦੇਸੀ ਜੀ ਕਰਕੇ ਜਾਣਦੇ ਸੀ ਬੜੇ ਤਕੜੇ ਅਮੀਰ ਘਰ ਦੇ ਸੀ ਰਾਮਪਰੇ ਤੋਂ ਸੀ ਉਹ ਉਹਨਾਂ ਦਾ ਨਾਂ ਕੋਈ ਨਹੀਂ ਸੀ ਜਾਣਦਾ ਉਹਨਾਂ ਨੂੰ ਕਹਿੰਦੇ ਸੀ ਸ਼ੁੱਧ ਪਰਦੇਸੀ ਉਹ ਜਿਹੜਾ ਵੀ ਉਹਨੂੰ ਕੋਈ ਵੀ ਬੁਲਾਉਂਦੇ ਉਹ ਕਹਿੰਦੇ ਬਸ ਕੰਮ ਸ਼ੁੱਧ ਹੈ ਇੰਨੇ ਹੀ ਕਹਿੰਦੇ ਹੁੰਦੇ ਉਹ ਇਸ ਸਥਾਨ ਤੇ ਜਿਵੇਂ ਇੱਥੇ ਆ ਕੇ ਉਹਨਾਂ ਨੇ ਆ ਕੇ ਵੇਖਣਾ ਗੁਰੂ ਘਰ 'ਚ ਨਿਗਾਹ ਮਾਰਨੀ ਹੈ ਵੀ ਕਿਸੇ ਚੀਜ਼ ਦੀ ਤਾਂ ਨਹੀਂ ਕੋਈ ਘਾਟ ਜੇ ਉਹਨਾਂ ਨੇ ਦੇਖਣਾ ਵੀ ਚਾਨਣੀ ਵਧੀਆ ਨਹੀਂ ਹੈ ਉਹ ਕਹਿੰਦੇ ਇਹਨੂੰ ਲਾਹੋ ਬਈ ਸੰਗਤ ਨੂੰ ਖੜੇ ਕਰ ਲੈਣਾ ਭਾਈਓ ਕਰੋ ਕੱਢੋ ਕਿੰਨੇ ਕਿੰਨੇ ਤੁਹਾਡੇ ਕੋਲ ਪੈਸੇ ਆ ਹੁਣੀ ਚਾਨੀ ਬਣਾ ਕੇ ਲਾਉਣੀ ਆ ਇੱਥੇ ਉਹਨਾਂ ਦਾ ਇਹ ਸੁਭਾਅ ਸੀ ਉਹ ਅਸੀਂ ਭਿੰਡਰਾਂ ਉੱਥੇ ਰਹਿੰਦੇ ਹੁੰਦੇ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲੇ ਇਸੇ ਤਰ੍ਹਾਂ ਸਾਡੀ ਡਿਊਟੀ ਹੁੰਦੀ ਕੀਰਤਨ ਕਰਨ ਦੀ ਅਸੀਂ ਕੀਰਤਨ ਦੀ ਸਮਾਪਤੀ ਕਰਨ ਲੱਗੇ ਤੇ ਉਹ ਆ ਗਏ ਇਸੇ ਤਰ੍ਹਾਂ ਹੀ ਬਾਲ ਖੁੱਲੇ ਉਹਨਾਂ ਦੇ ਕੱਪੜਾ ਕੋਈ ਨਾ ਪਾਇਆ ਕੱਲਾ ਕਸ਼ਹਿਰਾ ਪਾਇਆ ਆ ਕੇ ਮਹਾਰਾਜ ਦੇ ਮੂਹਰੇ ਖੜ ਗਏ ਉੱਚੀ ਉੱਚੀ ਬੋਲਣ ਲੱਗ ਪਏ ਉਹ ਜਦੋਂ ਆਪਾਂ ਹੁਣ ਕੀਰਤਨ ਕਰਦੇ ਹਾਂ ਕੋਈ ਉੱਚੀ ਦੇਣੇ ਬੋਲਦੇ ਆ ਧਿਆਨ ਜਾਂ ਨਹੀਂ ਟੁੱਟੂਗਾ ਸਾਰਿਆਂ ਦੇ ਵੀ ਆਹ ਕੀ ਹੋ ਗਈ ਗੱਲ ਉਹ ਉੱਚੀ ਉੱਚੀ ਬੋਲਣ ਲੱਗ ਗਏ ਇਸ ਤਰ੍ਹਾਂ ਅਸੀਂ ਕੀਰਤਨ ਸਾਡਾ ਤਾਂ ਰੁੜ ਗਿਆ ਵਿੱਚ ਹੀ ਚੁੱਪ ਕਰ ਗਏ ਸੀ ਕਹਿੰਦੇ ਜੇ ਤੈਂ ਰੱਬ ਨੂੰ ਪਰਮਾਤਮਾ ਨੂੰ ਕਹਿੰਦੇ ਹੱਥ ਕਰਕੇ ਮਹਾਰਾਜ ਕਹਿੰਦੇ ਜੇ ਤੈਂ ਸਰੀਰ ਦਿੱਤਾ ਤਾਂ ਤੜਕੇ ਠਾਇਆ ਕਰ ਜੇ ਠਾਏਗਾ ਤਾਂ ਨਹਾ ਕੇ ਆਊਂਗਾ ਨਹੀਂ ਮੈਂ ਨਹੀਂ ਆਉਂਦਾ ਹਾਂ ਇਸ ਤਰ੍ਹਾਂ ਜਿਵੇਂ ਆਪਾਂ ਲੜਦੇ ਹੁੰਦੇ ਆ ਨਾ ਇਸ ਤਰ੍ਹਾਂ ਕਹਿੰਦੇ ਜੇ ਤੂੰ ਠਾਏਗਾ ਨਾ ਤਾਂ ਤੜਕੇ ਨਹਾ ਕੇ ਆਊਂਗਾ ਨਹੀਂ ਮੈਂ ਨਹੀਂ ਆਉਂਦਾ ਹਾਂ ਤੇ ਉਹ ਫਿਰ ਉੱਥੋਂ ਸਿੱਖਿਆ ਮਿਲੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ ਸੱਚੇ ਪਾਤਸ਼ਾਹ ਜੇ ਜਾਗਰਤਾ ਦੀ ਦਾਤ ਦਿੱਤੀ ਤਾਂ ਫਿਰ ਉੱਠਣ ਦਾ ਜਿਹੜਾ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ ਧਿਆਇਂਦਿਆਂ ਤੂੰ ਪ੍ਰਭ ਮਿਲੋ ਤਾਂ ਨਾਨਕ ਉਤਰੀ ਚਿੰਤ ਮਹਾਰਾਜ ਜੇ ਤੈਂ ਜਾਗਰਤਾ ਦੇਤੀ ਅੱਖਾਂ ਜੀਆਂ ਖੋਲ੍ਹਣੀਆਂ ਕੰਨਾਂ ਵਿੱਚ ਬਾਜ ਜੀ ਪੈਣ ਲੱਗ ਗਈ ਵੀ ਉਦੋਂ ਫਿਰ ਮਹਾਰਾਜ ਇੰਨੀ ਵੀ ਕਿਰਪਾ ਕਰਦੇ ਹੁਣ ਉੱਠ ਕੇ ਨਿਭਾ ਵੀ ਦੇ ਜੇ ਮਹਾਰਾਜ ਕਿਰਪਾ ਕਰਦੇ ਫਿਰ ਜ਼ਰੂਰ ਉੱਠ ਕੇ ਮਨੁੱਖ ਇਸ਼ਨਾਨ ਧਿਆਨ ਕਰਕੇ ਗੁਰੂ ਦੇ ਘਰ ਦੇ ਵਿੱਚ ਆ ਕੇ ਹਾਜ਼ਰੀ ਭਰਦੇ ਹਾਂ ਇਸ ਕਰਕੇ ਬਹੁਤੇ ਤਾਂ ਮੈਂ ਦੇਖਿਆ ਚਲੋ ਬਹਾਨੇ ਜੇ ਵੀ ਬਹੁਤਿਆਂ ਕੋਲ ਹੈਗੇ ਨੇ ਕਈ ਦਿਨ ਹੋ ਗਏ ਸਾਡੇ ਕੋਲ ਕੋਈ ਬੰਦਾ ਇੱਥੇ ਮਿਲਣ ਵਾਸਤੇ ਆ ਗਿਆ ਦਿਨ ਦੀ ਗੱਲ ਹੈ 2 ਵਜੇ ਉੱਥੇ ਖੜਾ ਆਕਾ ਮਰ ਜੇ ਮੈਂ ਕਿਹਾ ਅੰਦਰ ਆ ਜਾ ਕਹਿੰਦਾ ਮੈਂ ਨਹਾਤਾ ਨਹੀਂ ਹਾਂ ਕਹਿੰਦਾ ਮੈਂ ਨਹਾਤਾ ਨਹੀਂ ਮੈਂ ਜੇ ਤੂੰ ਅੰਦਰ ਆ ਗਿਆ ਮਹਾਰਾਜ ਤੇਰੀ ਟੰਗ ਫੜ ਕੇ ਖਿੱਚਦਾ ਨਹੀਂ ਬੋਲੋ ਸਤਨਾਮ ਵਾਹਿਗੁਰੂ ਬਸ ਭਾਵ ਮਨ ਹਰਾਮੀ ਹੁਜਤਾਂ ਢੇਰ ਵੀ ਚਲੋ ਕੋਈ ਨਾ ਕੋਈ ਬਹਾਨਾ ਹੀ ਬਣਾ ਲੈ ਤੂੰ ਹੀ ਕਹਿੰਦਾ ਮੈਨੂੰ ਕਹਿੰਦਾ ਬਾਹਰ ਆ ਜਾ ਮੈਂ ਨਹੀਂ ਆਉਂਦਾ ਅੰਦਰ ਚਲੋ ਇਹ ਵੀ ਚਲੋ ਸੱਚੇ ਪਾਤਸ਼ਾਹ ਕਿਰਪਾ ਕਰੇ ਭਾਈ ਮਹਾਰਾਜ ਇਹਨਾਂ ਕੰਮਾਂ ਤੋਂ ਵੀ ਸਾਨੂੰ ਪਾਸੇ ਕਰ ਦੇਵੇ ਵੀ ਆ ਜਿਹੜੇ ਟੁੱਚਰਬਾਜ਼ੀਆਂ ਬਣਾਉਣੀਆਂ ਗੱਲਾਂ ਬਣਾਉਣੀਆਂ ਮਹਾਰਾਜ ਇਹ ਵੀ ਤੋਂ ਵੀ ਸਮਰੱਥ ਸਤਿਗੁਰੂ ਹੀ ਬਖਸ਼ਦੇ ਹਨ ਆਓ ਜੋੜਿਓ ਸਾਰੇ ਨਾਲ ਸਾਦੀ ਬਾਣੀ ਵਿੱਚ ਅਰਦਾਸ ਹੁਕਮਨਾਮਾ ਪ੍ਰਸ਼ਾਦ ਲੈ ਕੇ ਫੇਰ ਜਾਣਾ ਤੇ ਦੂਸਰਾ ਸੰਗਰਾਂਦ ਦਾ 17 ਤਰੀਕ ਦੀ ਤੇ 16 ਤਰੀਕ ਦੀ ਮੱਸਿਆ ਐਤਕੀ ਇੱਕ ਦਿਨ ਮੱਸਿਆ ਪਹਿਲਾਂ ਆ ਗਈ ਸੰਗਰਾਂਦ ਅੱਗੇ ਚਲੀ ਗਈ ਪਿਛਲੀ ਵਾਰ ਪਹਿਲਾਂ ਮੱਸਿਆ ਸੀ ਬਾਅਦ ਵਿੱਚ ਸੰਗਰਾਂਦ ਸੀ ਇਹ ਕਰਕੇ ਵੱਧ ਚੜ ਕੇ ਸੰਗਤਾਂ ਨੇ ਕੱਤਕ ਦੀ ਸੰਗਰਾਂਦ ਹੈ ਭਾਈ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾਉਣਾ ਰਾਮ